जूए दिन श्री राग त्रिलोचन का माया मोह मरण आगलड़ा प्राणी जरा मरण पौ बिसर गया। माया मोह मन अगलड़ा प्राणी माया मोह मन अगलड़ा प्राणी जरा मरण पौ बिसर जरा मोह जरा मरण पौ बिसर जरा मरण पौ बिसर गया। प्राणी ਨੂੰ ਤਾਂ ਕਹੀ ਹੋਈ ਗੱਲ ਹੈ ਸੰਬੋਧਨ ਕਰਕੇ। हे प्राणी ਜਿਹੜਾ ਮਾਇਆ ਮੋਹ ਹੈ ਨਾ, ਮਾਇਆ ਦਾ ਮੋਹ ਹੈ, ਇਹ ਮਨ ਦੇ ਅੱਗੇ ਅੱਗੇ ਤੇ ਮਨ ਦੇ ਪਿੱਛੇ ਪਿੱਛੇ। ਮਾਇਆ ਮੋਹ ਵਿੱਚ ਮਨ ਚੱਲਦਾ, ਮਾਇਆ ਮੋਹ ਦੇ ਬਾਹਰ ਨਹੀਂ ਜਾ ਸਕਦਾ। ਜਿਵੇਂ ਮਾਇਆ ਮੋਹ ਚਲਾਉਂਦਾ ਉਵੇਂ ਚੱਲਦਾ ਮਨ ਬੁੱਧੀ। ਮਾਇਆ ਮੋਹ ਨੂੰ ਵਿਸਾਰ ਕੇ ਫਿਰ ਨਹੀਂ ਵਿਸਾਰ ਕੇ ਨਹੀਂ ਚੱਲਦਾ। ਮਾਇਆ ਮੋਹ ਹਮੇਸ਼ਾ ਹੀ ਹਾਜ਼ਰ ਰਹਿੰਦਾ ਮਨ ਦੇ ਵਿੱਚ। ਜੋ ਕੰਮ ਕਰਦਾ, ਜੋ ਵੀ ਸੋਚਦਾ, ਮਾਇਆ ਮੋਹ ਨੂੰ ਅੱਗੇ ਰੱਖ ਕੇ ਸੋਚਦਾ। ਅਗਲਾ ਮਤਲਬ ਅੱਗੇ ਰੱਖ ਕੇ। ਆਪਣੇ ਸਰੀਰ ਦੇ, ਆਪਣੇ ਕੁਟੁੰਬ ਦੇ ਸੁੱਖ ਵਾਸਤੇ, ਤਰੱਕੀ ਵਾਸਤੇ ਜੋ ਚੱਲ ਰਿਹਾ ਲੈ ਕੇ 24 ਘੰਟੇ ਉਹਦੀ ਗੱਲ ਹੈ। ਮਾਇਆ ਮੋਹ ਦੀ ਅਗਵਾਈ 'ਚ ਆਦਮੀ ਆਪਣੀ ਜੀਵਨ ਜੀ ਰਿਹਾ। ਸਾਰੀ ਸ਼ਕਤੀ, ਚਾਹੇ ਉਹਦੇ ਕੋਲ ਪੈਸਾ, ਚਾਹੇ ਉਹਦੇ ਕੋਲ ਸਰੀਰ ਦੀ ਸ਼ਕਤੀ ਹੈ, ਚਾਹੇ ਉਹਦੇ ਅਕਲ ਦੀ ਸ਼ਕਤੀ ਹੈ, ਤਿੰਨੇ ਸ਼ਕਤੀਆਂ ਮਾਇਆ ਮੋਹ 'ਚ ਤਰੱਕੀ ਵੱਲ ਮਾਇਆ ਦੀ ਲਾਈਆਂ ਹੋਈਆਂ ਨੇ। ਤਰੱਕੀ ਹੋਵੇ ਘਰ ਦੀ, ਬੱਚੇ ਜ਼ਿਆਦਾ ਪੜ੍ਹ ਜਾਣ, ਇਹਨਾਂ ਨੂੰ ਗਾਹਾਂ ਸੁੱਖ ਹੋਵੇ, ਇਹਨਾਂ ਦੀ ਜ਼ਿੰਦਗੀ ਵਧੀਆ ਹੋਵੇ, ਸਮਾਜ ਦੇ ਵਿੱਚ ਇੱਜ਼ਤ ਹੋਵੇ, ਅਫਸਰ ਚੰਗੇ ਲੱਗ ਜਾਣ, ਜਾਂ ਜਾਇਦਾਦ ਬਣ ਜਾਵੇ, ਕੋਠੀ ਬਣ ਜਾਵੇ, ਸਮਾਜ ਦੇ ਵਿੱਚ ਇੱਜ਼ਤ ਬਣ ਜਾਵੇ ਵਧੀਆ, ਜਿੰਨੀ ਬਣ ਜਾਵੇ ਉਨੀ ਉਹ ਥੋੜ੍ਹੀ। ਇਹ ਲੈ ਕੇ ਚੱਲਦਾ, ਔਰ ਚੱਲਦਾ ਹੀ ਹੈ ਸਾਰਾ ਸੰਸਾਰ ਹੀ ਚੱਲਦਾ। ਜੋ ਦੇਖਿਆ ਉਹ ਗੱਲ ਕਹੀ ਹੈ। ਨਕਸ਼ਾ ਉਹੀ ਹੈ ਜੋ ਹੈ, ਕਿਉਂਕਿ ਸੋ ਬੋਲੇ ਜੋ ਪੇਖੇ ਆਂਖੀ। ਇਹ ਸੱਚੀ ਸਾਖੀ ਹੈ ਸੰਤਾਂ ਦੀ, ਗੁਰਬਾਣੀ ਦੀ ਗੱਲ ਸੱਚੀ ਹੈ। ਜੋ ਦੇਖੀ ਉਹ ਕਹੀ ਹੈ ਵੀ ਸੰਸਾਰ ਇਸ ਪਾਸੇ ਨੂੰ ਐਂ ਜਾ ਰਿਹਾ। ਗੱਲ ਠੀਕ ਹੈ, ਜਾ ਰਿਹਾ। ਕੋਈ ਨਹੀਂ ਕਹਿ ਸਕਦਾ ਵੀ ਇਹ ਗੱਲ ਗਲਤ। ਸਮੁੰਦਰ ਵੀ ਜਾ ਰਿਹਾ। ਹਾਂਜੀ, ਫਿਰ ਇਹਦਾ ਅਸਰ ਕੀ ਹੋਇਆ? ਇਹ ਚੀਜ਼ ਨੇ ਅਸਰ ਕੀ ਪਾਇਆ? ਸਿੱਕੇ ਦਾ ਇੱਕ ਪਾਸਾ ਤਾਂ ਹੋ ਗਿਆ ਨਾ, ਦੂਆ ਪਾਸਾ ਸਿੱਕੇ ਦਾ ਕੀ ਹੈ? ਉਹ ਆਪ ਹੋ ਜਾਂਦਾ। ਉਹ ਅਸੀਂ ਨਹੀਂ ਕਰਦੇ। ਸਿੱਕੇ ਦਾ ਜਿਹੜਾ ਪਾਸਾ ਉੱਤੋਂ ਉੱਤੇ ਕਰੋਗੇ, ਦੂਆ ਆਪੇ ਥੱਲੇ ਹੋ ਜਾਣਾ। ਥੱਲੇ ਕਰਨਾ ਹੀ ਪੈਣਾ ਉੱਪਰ ਵੀ। ਇੱਕ ਪਾਸਾ ਉੱਪਰ ਤਾਂ ਹੀ ਹੋਊ ਜੇ ਦੂਆ ਥੱਲੇ ਹੋ। ਜਰਾ ਮਰਨ ਦਾ ਡਰੇ ਵਿਸਰ ਗਿਆ। ਮੈਂ ਬੁੜਾ ਹੋ ਜਾਣਾ ਜਾਂ ਮੈਂ ਮਰ ਜਾਣਾ, ਬਿਲਕੁਲ ਯਾਦ ਹੀ ਨਹੀਂ ਹੈ। ਫਿਰ ਮੇਰੇ ਨਾਲ ਕੀ ਹੋਣਾ? ਫਿਰ ਮੈਂ ਕਿੱਥੇ ਜਾਣਾ? ਇਹਦੇ 'ਚੋਂ ਮੈਨੂੰ ਕੀ ਲਾਭ ਹੋਊ ਪੂਰੀ ਜ਼ਿੰਦਗੀ ਦਾ? ਗਾਹਾਂ ਜਾ ਕੇ ਕੀ ਮੈਂ ਨਾਲ ਲੈ ਕੇ ਜਾਊਂ? ਇਹ ਤਾਂ ਖਿਆਲ ਹੀ ਭੁੱਲ ਗਿਆ। ਆਹ ਗੱਲ ਹੈ। ਇਹ ਵੀ ਗੱਲ ਠੀਕ ਹੈ, ਇਹ ਵੀ ਹੈ। ਉਹ ਧਰਮ ਇਹ ਗੱਲ ਯਾਦ ਕਰਾਉਂਦਾ। ਇਹਦਾ ਮਤਲਬ ਜਿਹੜਾ ਇਹ ਗੱਲ ਯਾਦ ਕਰਾਵੇ ਉਹ ਧਰਮ ਹੈ। ਜਿਹੜਾ ਗੱਲ ਇਹ ਭੁਲਾਵੇ ਉਹ ਵਿਦਵਾਨ ਤਾਂ ਹੋ ਸਕਦਾ, ਰਾਜਾ ਤਾਂ ਹੋ ਸਕਦਾ, ਧਰਮ ਨਹੀਂ ਹੈ। ਉਹ ਸੰਤ ਨਹੀਂ ਹੋ ਸਕਦਾ। ਸੰਸਾਰੀ ਆਦਮੀ ਜਿਹੜਾ ਸੰਸਾਰ ਇਹੀ ਗੱਲ ਕਹੂ ਠੀਕ ਹੈ, ਜੋ ਸੰਸਾਰ ਹੈ ਚੱਲਦਾ ਜਿਵੇਂ। ਸੰਤ ਉਹ ਗੱਲ ਕਹੂ, ਭਗਤ ਉਹ ਗੱਲ ਕਹੂ ਵੀ ਜਰਾ ਜਿਹੜਾ ਮਰਨ ਦਾ ਭਉ ਹੈ, ਇਹਨੂੰ ਯਾਦ ਰੱਖ ਕੇ ਚਲੋ ਵੀ ਲੈ ਕੇ ਕੀ ਜਾਣਾ ਹੈ। ਅੱਜ ਅਸੀਂ ਗਾਹਾਂ ਨੂੰ ਨਾਲ ਲਿਜਾਣ ਵਾਸਤੇ ਕੀ ਕਮਾਇਆ ਅੱਜ ਦਾ ਦਿਨ, ਜਾਂ ਹਰ ਸਾਹ ਦੇ ਨਾਲ ਪੱਲੇ ਬੰਨਣ ਨੂੰ ਕੀ ਰੱਖਿਆ? ਉਹ ਇਹ ਕਹਿੰਦਾ। ਹੁਣ ਜਿਹੜੇ ਜ਼ਿਆਦਾ ਵਿਚਾਲੇ ਆ ਗਏ ਆਦਮੀ, ਉਹ ਆ ਗਏ ਕਮਿਊਨਿਸਟ, ਦਾਰਸ਼ਨਿਕ। ਇੱਕ ਦਾਰਸ਼ਨਿਕ ਹੋਰ ਵੀ ਤਬਕਾ ਵਿਚਾਲੇ।
ਇੱਕ ਵਿਚਾਲੇ ਦਾਰਸ਼ਨਿਕ ਹੈ ਜਿਹੜਾ ਸੰਸਾਰ ਨੂੰ ਗਾਈਡ ਕਰਦਾ, ਜਿਹਦੇ ਪਿੱਛੇ ਸੰਸਾਰ ਚੱਲਦਾ ਹੈ। ਉਹ ਜਿਹੜੇ ਅਕਲ ਹੈ, ਦਰਸ਼ਨ ਅਕਲ ਨੂੰ ਕਹਿੰਦੇ ਨੇ, ਦਰਸ਼ਨ ਅਕਲ ਨੂੰ ਕਹਿੰਦੇ ਨੇ, ਜੋ ਨਕਸ਼ਾ ਦਿਖਾਲਦਾ ਹੈ। ਦਰਸ਼ਨ ਨੇ ਜੋ ਨਕਸ਼ਾ ਦਿਖਾਲੇ ਅੱਗੇ ਕਿੱਧਰ ਨੂੰ ਜਾਣਾ ਤੁਸੀਂ ਡਰਾਈਵ ਕਰਕੇ ਲੈ ਕੇ ਜਾਂਦਾ, ਉਹਨੂੰ ਦਰਸ਼ਨ ਕਹਿੰਦੇ ਨੇ, ਲੀਡਰ ਹੈ ਉਹ। ਕੀ ਕਹਿੰਦਾ ਕਿ ਇਹ ਜਿਹੜਾ ਤੁਹਾਡਾ ਖਿਆਲ ਹੈ ਅਗਲਾ ਆ ਜੱਗ ਮਿੱਠਾ ਅਗਲਾ, ਵੀ ਇਹ ਤਾਂ ਇਹਨਾਂ ਦੇ ਖਿਆਲੀ ਗੱਲਾਂ ਨੇ, ਅੱਗੇ ਤਾਂ ਜੀ ਕੁਛ ਹੁੰਦਾ ਹੀ ਨਹੀਂ। ਚੱਲ ਉਹਨਾਂ ਨੇ ਆਪਣਾ ਵਰਕਾ ਹੀ ਪਾੜਿਆ ਹੋਇਆ ਵੀ ਜਿਹੜਾ ਇੱਥੇ ਸੁੱਖ ਹੈ ਉਹੀ ਲਾਹਾ ਹੈ। ਅੱਗੇ ਕਿਹਨੇ ਦੇਖਿਆ ਅੱਗੇ ਕੀ ਹੈ? ਅੱਗੇ ਤਾਂ ਐਵੇਂ ਝੂਠੀਆਂ ਗੱਲਾਂ, ਉਹ ਵਿਸ਼ਵਾਸ ਨਹੀਂ ਕਰਦੇ ਗੱਲ 'ਤੇ। ਅਗਲੀ ਤੇ ਵਿਸ਼ਵਾਸ ਬਿਨਾਂ ਕਰੇ ਤੇ ਹੀ ਸਰੂਗਾ, ਪਰ ਲੋਕ ਉਹਨਾਂ ਨਾਲ ਵੀ ਨਹੀਂ ਹੋਏ। ਗੱਲ ਉਹਨਾਂ ਨੇ ਵੀ ਨਹੀਂ ਮੰਨੀ ਸੀ। ਕੁਛ ਮੁਲਕਾਂ ਦੇ ਵਿੱਚ ਕਮਿਊਨਿਜ਼ਮ ਹੋ ਗਿਆ, ਕਮਿਊਨਿਸਟ ਬਣ ਗਏ, ਪਰ ਉਹ ਜਿਹੜੇ ਕਮਿਊਨਿਸਟ ਬਣੇ ਉਹਨਾਂ ਦੇ ਅੰਦਰ ਵੀ ਇਹੀ ਕਮਜ਼ੋਰੀ ਸੀ, ਬਾਹਰ ਪਾਈ। ਉਹਨਾਂ ਨੇ ਵੀ ਪੈਸਾ ਇਕੱਠਾ ਕੀਤਾ, ਜਰਾ ਉਹ ਉਹਨਾਂ ਨੂੰ ਵੀ ਵਿਸਰਿਆ ਹੋਇਆ ਸੀ, ਜਰਾ ਅਰਮਨ ਉਹਨਾਂ ਨੂੰ ਵੀ ਮਾਇਆ ਮੋਹ ਕਰਕੇ ਪੈਸੇ ਇਕੱਠੇ ਕੀਤੇ। ਉਹਨਾਂ ਨੇ ਫਿਰ ਆਪ ਕਿਉਂ ਕੀਤੇ? ਜਿਹੜੇ ਲੋਕਾਂ ਨੂੰ ਕਹਿੰਦੇ ਹੋਰ ਕੁਛ ਵੀ ਬੇਈਮਾਨੀ ਨਹੀਂ ਚਾਹੀਦੀ, ਇਹ ਐਂ ਕਰਦੇ ਜਿਵੇਂ ਕਰਪਸ਼ਨ, ਆਪ ਇਹ ਕਰਪਸ਼ਨ ਕਰਨ ਲੱਗੇ ਵਿੱਚ। ਜਿਹੜੇ ਕਾਂਗਰਸ ਨੂੰ ਕਹਿੰਦੇ ਕਰਪਸ਼ਨ ਕਰਨੀ ਹੈ, ਉਹ ਆਪ ਕਾਂਗਰਸ ਨੂੰ ਚੌਗਣੀ ਕਰਪਸ਼ਨ ਕਰਨ ਲੱਗੇ। ਹੁਣ ਬੋਲਣ ਜੋਗੇ ਰਹੇ, ਪਬਲਿਕ ਵਿਸ਼ਵਾਸ ਕਿਵੇਂ ਕਰੇ? ਉਹਨਾਂ ਚਿਰ ਤਾਂ ਹੁੰਦਾ ਹੈ ਜਿੰਨਾ ਚਿਰ ਉਹ ਤੇ ਕੋਈ ਪਾਵਰ ਨਾ ਆਵੇ। ਜਾਂ ਕਮਿਊਨਿਸਟਾਂ ਕੋਲ ਪਾਵਰ ਆਈ, ਉਹੋ ਜਿਹੇ ਨਿਕਲੇ ਲੋਕ ਉਹਨਾਂ ਨੂੰ ਵੀ ਛੱਡ ਗਏ। ਵੀ ਇਹ ਤਾਂ ਸਿਰਫ ਰਾਜ ਤੱਕ ਪਹੁੰਚਣ ਦਾ ਹੀ ਦਾਰਸ਼ਨਿਕ ਸੀ ਇਹਨਾਂ ਦਾ। ਸੱਚੀਆਂ ਸੁੱਚੀਆਂ ਗੱਲਾਂ ਕਰਦੇ ਤੇ ਵਧੀਆ ਗੱਲਾਂ ਕਰਦੇ ਸੀ ਰਾਜ ਤੱਕ ਪਹੁੰਚਣ ਦੀਆਂ, ਪਰ ਭਗਤ ਇੱਦਾਂ ਨਹੀਂ ਕਰਦੇ। ਭਗਤ ਨਹੀਂ ਇੱਦਾਂ ਕਰਦੇ। ਇਸ ਕਰਕੇ ਭਗਤਾਂ ਨੇ ਰਾਜ ਦਾ ਖਿਆਲ ਛੱਡਿਆ ਵੀ ਸਾਡੀ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ। ਕਹਿੰਦੇ ਸਾਨੂੰ ਕਿਹੜਾ ਕੋਈ ਲਾਲਚ ਸੀ, ਕਿਹੜਾ ਰਾਜ ਕਰਨਾ, ਸਾਡੀ ਗੱਲ ਮੰਨੋ ਮੰਨੋ, ਨਹੀਂ ਮੰਨਦੇ ਨਾ ਮੰਨੋ। ਉਹ ਕਹਿੰਦੇ ਨੇ ਸਾਡੀ ਗੱਲ ਮੰਨੋ, ਅਸੀਂ ਕਹਿੰਦੇ ਹਾਂ ਮੰਨੋ, ਮੰਨਣੀ ਹੈ ਮੰਨੋ, ਨਹੀਂ ਮੰਨਣੀ ਨਾ ਮੰਨੋ, ਤੁਹਾਡਾ ਨਫਾ ਤੁਹਾਡਾ ਨੁਕਸਾਨ ਹੈ। ਤਾਂ ਧਰਮ ਦੇ ਨਾਲ ਲੋਕ ਖੜੇ ਨੇ, ਵਰਨਾ ਧਰਮ ਨਾਲ ਖੜੇ ਕੋਈ ਵੀ ਨਾ। ਜੇ ਦੋਹਾਂ ਨੂੰ ਤੋਲ ਕੇ ਦੇਖਦੇ ਨੇ, ਫਿਰ ਉਹਨਾਂ ਨੂੰ ਧਾਰਮਿਕ ਲੋਕ ਜਿਹੜੇ ਨੇ ਥੋੜ੍ਹੇ ਬਹੁਤੇ ਵੀ ਹੁੰਦੇ ਨੇ, ਉਹ ਚੰਗੇ ਨਜ਼ਰ ਆਉਂਦੇ ਨੇ। ਇਹਨਾਂ ਦੇ ਵਿੱਚ ਕੋਈ ਸੱਤਿਆ ਸੀ, ਸੱਚ ਸੀ, ਇਹ ਤਾਂ ਬਿਲਕੁਲ ਇਹ ਦੂਏ ਤਾਂ ਸਿਰਫ ਉੱਤੋਂ ਸੀ। ਜੱਟਾਂ ਦਾ ਵਸੀਆ ਜਾਂ ਲੋੜ ਪਈ, ਜੱਟਾਂ ਨੇ ਜ਼ਮੀਨ ਬਕਾ ਕੇ ਮੁੰਡੇ ਨਸ਼ਾ ਲਾਤੇ, ਵੀ ਹੁਣ ਜੱਟਾਂ ਦੀ ਜ਼ਮੀਨ ਬਕਾ ਕੇ ਖਾਈਏ, ਜੱਟਾਂ ਦੇ ਮੁੰਡੇ ਨੂੰ ਨਸ਼ਾ ਲਾ ਦਈਏ, ਜ਼ਮੀਨ ਵੇਚਣਗੇ ਖਾਣਗੇ, ਮਗਰ ਤਾਂ ਸਾਡੇ ਲੱਗੇ ਗਏ। ਸਾਰੇ ਸਮਝਦੇ ਨੇ ਗੱਲ ਨੂੰ। ਹਾਂਜੀ, ਮਾਇਆ ਮੋਹ ਮਨ ਅਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਜਰਾ ਮਰਨ ਭਉ ਵਿਸਰ ਗਿਆ। ਜਰਾ ਮਰਨ ਭਉ ਜੇ ਯਾਦ ਹੁੰਦਾ ਤਾਂ ਫਿਰ ਇਹ ਜਿਹੜੇ ਅੱਜ ਹੋ ਰਿਹਾ ਕਾਹਨੂੰ ਕਰੇ? ਲੋਕ ਕਰੇ, ਫਿਰ ਨਾ ਕਰੇ ਕੋਈ ਵੀ। ਕੁਟੰਬ ਦੇਖ ਬਿਕਸੇ ਕਮਲਾ, ਜੋ ਪਰ ਕਰ ਜੋਹੇ ਕਪਟ ਨਰਾ। ਕੁਟੰਬ ਨੂੰ ਦੇਖ ਕੇ, ਕੁਟੰਬ ਦੇਖ ਬਿਕਸੇ ਕਮਲਾ, ਕਮਲਾ ਹੋਇਆ ਕੁਟੰਬ ਨੂੰ ਦੇਖ ਕੇ ਬਿਸਰਦਾ। ਜੋ ਪਰ ਕਰ ਜੋਹੇ ਕਪਟ ਨਰਾ। ਕਮਲਾ ਕਾਹਤੇ ਕਿਹਾ? ਉਹ ਸਾਰੇ ਕੁਟੰਬ ਦਾ ਇੱਕੋ ਇੱਕ ਦੀ ਔਲਾਦ ਹੋ ਤੁਸੀਂ। ਇੱਕ ਪਿਤਾ ਇੱਕ ਸਿਕੰਬਰ, ਇੱਕ ਗੁਰਬਾਣੀ ਤਾਂ ਇਹ ਕਹਿੰਦੀ ਹੈ। ਤੈਨੂੰ ਬੋਲਣ ਨੂੰ ਇਹ ਭੇਜਿਆ, ਸਿੱਖਣ ਨੂੰ ਇਹ ਸਿੱਖਿਆ, ਇਹ ਲੈਣ ਨੂੰ ਭੇਜਿਆ ਸੀ। ਜੇ ਇੱਕ ਪਿਤਾ ਇੱਕ ਸਿਕੰਬਰ ਮੰਨਦੇ ਤਾਂ ਕਿਸੇ ਨਾਲ ਦੁਸ਼ਮਣੀ ਕਿਉਂ ਹੁੰਦੀ? ਅੱਜ ਆ ਸਿਕਿਉਰਿਟੀ, ਜੈਡ ਸਿਕਿਉਰਿਟੀ ਦੀ ਕੀ ਲੋੜ ਪਈ ਸੀ? ਇਸ ਪ੍ਰਚਾਰ ਕਰਨ, ਇਸ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਸਿਆਸਤਦਾਨਾਂ ਨੇ ਬਦਨਾਮ ਕੀਤਾ, ਇਹ ਪਖੰਡੀ ਨੇ। ਅੱਜ ਜੈਡ ਸਿਕਿਉਰਿਟੀ ਆਪ ਲਈ ਫਿਰਦੇ ਨੇ। ਉਹਨਾਂ ਤਾਂ ਕਦੇ ਜੈਡ ਸਿਕਿਉਰਿਟੀ ਰੱਖੀ ਨਹੀਂ ਸੀ ਰਿਸ਼ੀ ਮੁਨੀਆਂ ਨੇ। ਕੋਈ ਰੱਖੀ ਸਿਕਿਉਰਿਟੀ? ਕਦੇ ਵੀ ਨਹੀਂ।
ਸੰਤ ਲਈ ਫਿਰਦੇ ਸੰਤਾਂ ਤਾਂ ਲਈਓ ਫਿਰਨਾ ਹੁਣ ਸੱਚ ਹੈ ਨਹੀਂ ਸੱਚ ਹੈ ਨਹੀਂ ਸੱਚ ਨੂੰ ਸਿਕਿਉਰਿਟੀ ਜਾ ਲੈਣੀ ਪਈ ਜਾਂ ਝੂਠ ਨੇ ਕਹਿਤਾ ਵੀ ਸੱਚ ਖਤਮ ਕਰਨਾ ਛੇਵੇਂ ਪਾਤਸ਼ਾਹ ਵੇਲੇ ਉਹਨਾਂ ਨੇ ਕਿਸੇ ਤੋਂ ਨਹੀਂ ਲਈ ਸਿਕਿਉਰਿਟੀ ਆਪਣੀ ਸਿਕਿਉਰਿਟੀ ਆਪੇ ਕੀਤੀ ਹੈ ਫਿਰ ਆਪੇ ਕੀਤੀ ਹੈ ਜਾਂ ਸਰਕਾਰੇ ਖਿਲਾਫ ਹੋ ਜਾਵੇ ਜਿਹਦੇ ਸਰਕਾਰੇ ਖਿਲਾਫ ਹੋ ਜਾਵੇ ਤੇ ਫਿਰ ਆਪਣੀ ਸਿਕਿਉਰਿਟੀ ਆਪੇ ਕਰੂ ਪਰ ਉਦੋਂ ਆਪਣੀ ਸਿਕਿਉਰਿਟੀ ਆਪ ਕਰਨੀ ਚਾਹੀਦੀ ਹੈ ਜੇ ਆਪ ਸੱਚ ਤੇ ਹੋਵੇ ਸਰਕਾਰ ਸੱਚ ਨੂੰ ਖਤਮ ਕਰਨਾ ਚਾਹਵੇ ਫਿਰ ਤਲਵਾਰ ਚੱਕੀ ਜਾ ਸਕਦੀ ਉਹ ਤੋਂ ਪਹਿਲਾਂ ਨਹੀਂ ਤਲਵਾਰ ਜ਼ਰੂਰ ਪਵਾਈ ਕਹਿੰਦੇ ਜਦੋਂ ਕੋਈ ਚਾਰਾ ਨਾ ਰਹੇ ਨੂੰ ਤਾਂ ਚੱਕਣਾ ਇਹਦਾ ਇਸਤੇਮਾਲ ਤਾਂ ਕਰਨਾ ਹੈ ਜਿਹਨਾਂ ਸਰਕਾਰ ਕੋ ਹੈਗਾ ਸਭ ਕੁਝ ਸਰਕਾਰ ਨੂੰ ਕਹੋ ਵੀ ਆਹ ਕੰਮ ਕਰਕੇ ਦੇ ਆਪੇ ਦੇਣਗੇ ਜਾਂ ਦੇਖੋ ਵੀ ਇਹ ਮੰਨਦੇ ਹੀ ਨਹੀਂ ਇਹ ਵੀ ਉਹਨਾਂ ਨਾਲ ਰਲ ਗਏ ਸਰਕਾਰ ਵੀ ਪੰਡਤ ਨਾਲ ਰਲ ਗਈ ਵੀ ਇਹਨੂੰ ਖਤਮ ਕਰ ਦਈਏ ਫਿਰ ਤਾਂ ਆਪਣੀ ਸਿਕਿਉਰਿਟੀ ਕਰਨੀ ਪਈ ਨਾ ਆਪ ਜਿਹੜੇ ਪੰਡਤ ਨੂੰ ਹਿੰਦੂ ਕਹਿੰਦੇ ਨੇ ਤੁਹਾਨੂੰ ਉਸ ਧਰਮ ਦੀ ਮਦਦ ਜਿਹੜੇ ਧਰਮ ਨੂੰ ਖਤਮ ਕਰਨ ਆਏ ਸੀ ਆਪ ਮੁਸਲਮਾਨ ਔਰ ਸਿੱਖ ਧਰਮ ਦੀ ਨਿਉ ਰੱਖਦੇ ਨੇ ਹਰਿਮੰਦਰ ਸਾਹਿਬ 'ਚ ਉਸੇ ਨੂੰ ਖਤਮ ਕਰਨ ਵਾਸਤੇ ਫੌਜਾਂ ਇਕੱਠੀਆਂ ਹੋ ਗਈਆਂ ਫਿਰ ਕੀ ਕਰਦੇ ਫਿਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਨਾ ਬਣਾਉਂਦੇ ਫਿਰ ਤਾਂ ਬਣਾਉਣਾ ਹੀ ਪੈਣਾ ਸੀ ਦੁਬਾਰਾ ਬਣਾਉਣਾ ਪਿਆ ਕਿਲ੍ਹਾ ਛੇਵੇਂ ਪਾਤਸ਼ਾਹ ਨੇ ਕਿਲ੍ਹਾ ਨਹੀਂ ਬਣਾਇਆ ਕਿਲ੍ਹਾ ਬਣਾਉਣਾ ਪੈ ਗਿਆ ਉਹ ਤਾਂ ਫਿਰ ਮਜਬੂਰੀ ਸੀ ਕੀ ਕਰਦੇ ਸੱਚ ਆਪਣੇ ਆਪ ਨੂੰ ਬਚਾ ਸਕਦਾ ਸਿਕਿਉਰਿਟੀ ਵਾਸਤੇ ਤਾਂ ਕਾਨੂੰਨ ਵੀ ਕਹਿੰਦਾ ਵੀ ਆਪਣੀ ਹਥਿਆਰ ਤੁਸੀਂ ਆਪਣਾ ਕੋਈ ਵੀ ਹਥਿਆਰ ਇਸਤੇਮਾਲ ਕਰ ਸਕਦੇ ਹੋ ਸਾਰੇ ਜਾਨਵਰ ਵੀ ਕਰਦੇ ਨੇ ਜਾਨਵਰ ਵੀ ਆਪਣਾ ਬਚਾਓ ਆਪ ਕਰਦੇ ਨੇ ਇਹ ਤਾਂ ਆਦਮੀ ਆਪਣਾ ਬਚਾਓ ਆਪ ਕਰੂਗਾ ਜੇ ਸਰਕਾਰ ਨਾ ਕਰੇ ਤਾਂ ਆਪਣਾ ਬਚਾਓ ਤਾਂ ਫਿਰ ਆਪੇ ਕਰਨਾ ਪਊ ਔਰ ਉਹ ਆਦਮੀ ਜਿਹੜਾ ਸੱਚਾ ਸੁੱਚਾ ਹੋਵੇ ਉਹ ਵੀ ਉਹਨੂੰ ਹੱਕ ਹੈ ਇਮਾਨਦਾਰੀ ਨੂੰ ਹੱਕ ਹੈ ਆਪਣੀ ਸਿਕਿਉਰਿਟੀ ਆਪ ਕਰਨ ਦੀ ਜੇ ਬੇਈਮਾਨ ਸਾਰੇ ਇਕੱਠੇ ਹੋ ਜਾਣ ਉਹਦੇ ਖਿਲਾਫ ਜਿਹਨੂੰ ਇਸ ਗੱਲ 'ਤੇ ਇਤਰਾਜ਼ ਹੈ ਉਹਨੂੰ ਗੁਰਬਾਣੀ 'ਤੇ ਇਤਰਾਜ਼ ਹੋ ਸਕਦਾ ਜਿਹਨੂੰ ਇਸ ਗੱਲ 'ਤੇ ਇਤਰਾਜ਼ ਹੈ ਉਹਨੂੰ ਸਿੱਖਾਂ 'ਤੇ ਇਤਰਾਜ਼ ਜੇ ਹੋਵੇ ਤਾਂ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਜੇ ਉਹ ਲੋਕ ਉਹਨੂੰ ਇਤਰਾਜ਼ ਹੋਵੇ ਵੀ ਆਪਣੀ ਸਿਕਿਉਰਿਟੀ ਕਿਉਂ ਕਰਦੇ ਨੇ ਉਹਨਾਂ ਨੂੰ ਇਤਰਾਜ਼ ਰਹੇ ਅਸੀਂ ਕਰਾਂਗੇ ਫਿਰ ਕਰਨੀ ਪਊਗੀ ਹਾਂਜੀ ਕੁਟੰਬ ਦੇਖ ਬਿਕਸ਼ੇ ਕਮਲਾ ਜਿਉਂ ਪਰ ਕਰ ਜੋਹੇ ਕਪਟ ਨ ਰੱਖ ਕੁਟੰਬ ਦੇਖ ਪਰ ਕਰ ਜੋਹੇ ਕੁਟੰਬ ਦੇਖਦਾ ਉਹ ਪੱਤਾ ਤਾਂ ਬੈਰੀ ਕਰੀ ਫਿਰਦੇ ਹੋ ਤੁਸੀਂ ਆਪਣਾ ਸੱਚ ਦਾ ਤੁਸੀਂ ਕੀ ਵਿਗਾੜ ਲਓਗੇ ਸੱਚ ਇੱਕ ਮੁੱਠ ਹੈ ਸੱਚ ਹਮੇਸ਼ਾ ਇੱਕ ਮੁੱਠ ਰਿਹਾ ਝੂਠ ਹਮੇਸ਼ਾ ਮੁੱਠੀ ਖੁੱਲੀ ਰਹੀ ਹੈ ਕੂੜ ਨੇ ਖੁੱਟੇ ਨਾਨਕਾ ਓੜ ਸੱਚ ਰਹੀ ਸੱਚ ਨੂੰ ਕਦੇ ਖਤਰਾ ਨਹੀਂ ਰਿਹਾ ਝੂਠ ਤੋਂ ਅੰਦਰੋਂ ਕੋਈ ਖਤਰਾ ਨਹੀਂ ਰਿਹਾ ਕਦੇ ਝੂਠ ਇਹ ਤੋਂ ਪੈਦਾ ਹੋਇਆ ਸੱਚ ਆਪਣੀ ਆਪ ਚੁੱਪ ਕਰ ਜਾਵੇ ਅਲੱਗ ਗੱਲ ਹੈ ਸੱਚ ਤਾਂ ਸਰਬ ਸ਼ਕਤੀਮਾਨ ਵਾਲੇ ਬੰਦੇ ਨੇ ਸਾਰੇ ਸਰਬ ਸ਼ਕਤੀਮਾਨ ਜੇ ਸਰਬ ਸ਼ਕਤੀਮਾਨ ਨਾ ਹੁੰਦਾ ਮੰਨਦੇ ਨੇ ਸੱਚ ਦੇ ਵਿਰੋਧੀ ਜਿਹਨੂੰ ਸਰਬ ਸ਼ਕਤੀਮਾਨ ਮੰਨਦੇ ਨੇ ਉਹ ਸਰਬ ਸ਼ਕਤੀਮਾਨ ਸੱਚ ਨੂੰ ਕਹਿੰਦੇ ਨੇ ਜਿਹੜੇ ਸੱਚ ਦੇ ਵਿਰੋਧੀ ਰਹੇ ਨੇ ਔਰ ਸੱਚ ਦੇ ਵਿਰੋਧੀ ਹੈ ਸੱਚ ਦੀਆਂ ਜੜ੍ਹਾਂ ਪੱਟਣ ਨੂੰ ਤਿਆਰ ਨੇ ਉਹ ਵੀ ਮੰਨਦੇ ਨੇ ਸਰਬ ਸ਼ਕਤੀਮਾਨ ਫਿਰ ਸੱਚ ਚੁੱਪ ਰਹਿੰਦਾ ਹੋਰ ਕੀ ਕਹਾਵੇ ਹੋਰ ਚੁੱਪ ਰਹਿੰਦਾ ਸਰਬ ਸ਼ਕਤੀਮਾਨ ਮੰਨਦੇ ਨੇ ਮੈਂ ਠੀਕ ਹੈ ਹੋਰ ਉਹਨੇ ਕੀ ਲੈਣਾ ਬਾਕੀ ਤਾਂ ਇੱਕ ਦੂਜੇ ਦਾ ਆਪੇ ਨੁਕਸਾਨ ਕਰਦੇ ਨੇ ਮਾਇਆ ਪਿੱਛੇ ਸੱਚਿਆਂ ਨੇ ਨਹੀਂ ਲੜਨਾ ਰਾਜ ਪਿੱਛੇ ਉਹਨਾਂ ਦੀ ਲੜਾਈ ਨਹੀਂ ਲੜਾਈ ਤਾਂ ਇਹਨਾਂ ਦੀ ਹੈ ਫਿਰ ਬਾਕੀ ਲੜਾਈ ਬਚੀ ਕਿਹਨਾਂ ਦੀ ਇਹਨਾਂ ਦੀ ਪੰਡਤ ਮੁੱਲਾਂ ਦੀ ਪੰਡਤ ਮੁੱਲਾਂ ਦਾ ਰਾਜ ਹੈ ਪਹਿਲਾਂ ਪੰਡਤ ਦਾ ਰਾਜ ਸੀ ਹਿੰਦੁਸਤਾਨ ਮੁੱਲਾ ਆ ਗਿਆ ਉਹ ਕਹਿੰਦਾ ਸਾਡਾ ਹੋਵੇ ਹੀਰਾ ਸੀ ਤੇ ਹੋਰ ਕਾਹਦਾ ਰਾਜ ਸੀ ਹਮਾਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾ ਛੱਡ ਦੋ ਤੂੰ ਹੀ ਛੱਡਤੇ ਭਗਤਾਂ ਨੇ ਕਹਿੰਦੇ ਨਾ ਅਸੀਂ ਤੁਹਾਡੇ ਨਾਲ ਨਾ ਤੁਹਾਡੇ ਨਾਲ ਉਹ ਜਿਹੜਾ ਮੁੱਲਾ ਨਾਲ ਨਹੀਂ ਸੀਗਾ ਉਹਨੇ ਆ ਕੇ ਨਿਉ ਰੱਖਦੀ ਹਰਿਮੰਦਰ ਸਾਹਿਬ ਦੀ
ਮੁਲਾਣੇ ਸਾਰੇ ਉਹਦੇ ਖਿਲਾਫ। ਮੁਲਾਣਿਆਂ ਦੀਆਂ ਡੇਰੀਆਂ ਹੋਰ ਨੇ, ਉਹਦੀ ਡੈਰੀ ਹੋਰ ਹੈ। ਉਹ ਕਹਿੰਦਾ ਵੀ ਇਹ ਘਰ ਜਾਣ ਲਾਉਣ ਵਾਲਾ ਰਾਜ ਦੀ, ਇਹ ਹਮਦਰਦੀ, ਇਹ ਰਾਜ ਨਾਲ। ਜੇ ਰਾਜਾ ਇਮਾਨਦਾਰ ਹੋਵੇ ਕਦੇ ਵੀ ਇਹਨਾਂ ਨੇ ਰਾਜੇ ਦੀ ਖਿਲਾਫਤ ਨਹੀਂ ਕੀਤੀ। ਰਾਜੇ ਤਾਂ ਬੇਈਮਾਨ ਦੀ ਵੀ ਨਹੀਂ ਖਿਲਾਫਤ ਕਰਦੇ। ਜੇ ਇਹ ਆਪ ਨਹੀਂ ਜੜ ਪੱਟਦੇ ਕਿਸੇ ਦੀ, ਉਹ ਕਹਿੰਦੇ ਪਰਮੇਸ਼ਰ ਆਪੇ ਪੱਟ ਦੂ। ਸਾਨੂੰ ਜੜ ਪੱਟਣ ਦੀ ਲੋੜ ਕੀ ਹੈ ਕਿਸੇ ਦੀ? ਜੇ ਪਰਮੇਸ਼ਰ, ਜਿਹਦੀ ਜੜ ਪਰਮੇਸ਼ਰ ਲਾਉਂਦਾ ਹੋਵੇ, ਲਾਈ ਹੋਵੇ, ਸਾਨੂੰ ਕੀ ਲੋੜ ਹੈ ਪੱਟਣ ਦੀ? ਆਪੇ ਪੱਟ ਦੂ। ਉਹ ਜਾਂ ਲੋੜ ਹੋਊ ਨਾ ਸਾਡੀ ਲਾਈ ਲੱਗਣੀ ਹੈ, ਨਾ ਸਾਡੀ ਪੱਟੀ ਪੱਟ ਹੋਣੀ ਹੈ। ਇਹ ਤਾਂ ਭਾਣਾ ਮੰਨਣ ਵਾਲੇ ਤਾਂ ਹੀ ਭਾਣਾ ਮੰਨਣ ਦਾ ਰਾਹ ਕੱਢਿਆ ਹੋਇਆ ਸਾਡਾ। ਇਹ ਭਾਣਾ ਮੰਨਣ ਦਾ ਰਾਹ ਤਾਂ ਹੀ ਕੱਢਿਆ ਸਾਡਾ। ਦੁਸ਼ਮਣ ਕੋਈ ਬਣ ਹੀ ਨਹੀਂ ਸਕਦਾ। ਦੁਸ਼ਮਣੀ ਇੱਥੋਂ ਹੀ ਸਿਰ ਚੱਕਦੀ ਹੈ, ਇੱਥੇ ਹੀ ਬੰਦ ਕਰਤਾ। ਭਾਣਾ ਮੰਨਣ ਵਾਲੇ ਦਾ ਦੁਸ਼ਮਣ ਕੌਣ ਬਣੂਗਾ? ਕੋਈ ਮੂਰਖ ਬਣ ਜੂਗਾ। ਮੂਰਖ ਹੋਊ ਜਿਹੜਾ ਦੁਸ਼ਮਣ ਬਣੂ। ਹਾਂ, ਮੂੰਹ ਦੇ ਵਿੱਚ ਭਾਣਾ ਮੰਨਣ ਦੀ ਗੱਲ ਹੋਵੇ, ਅੰਦਰੋਂ ਨਾ ਹੋਵੇ, ਫਿਰ ਗੱਲ ਅਲੱਗ ਹੈ। ਜੇ ਮੂੰਹ 'ਚ ਤਾਂ ਭਾਣਾ ਕਰਦਾ ਹੋਵੇ, ਜਿਵੇਂ ਅਕਾਲੀ ਕਰਦੇ ਨੇ, ਇੱਕ ਪਿਤਾ ਇੱਕ ਸਿਆਮ ਬਾਰਕ ਵਾਲੀਆਂ ਗੱਲਾਂ ਕਰਦੇ ਨੇ, ਪਰ ਮਨ ਵਿੱਚ ਔਰ ਮੂੰਹ 'ਚ ਇਹ ਵੀ ਹੈ ਅੱਡ ਕੌਮ ਹੈ। ਫਿਰ ਕੌਮ ਅੱਡ ਕਿਉਂ ਹੈ? ਅੰਦਰ ਵਾਲੀ ਗੱਲ ਜਦੇ ਬਾਹਰ ਆ ਜਾਂਦੀ ਹੈ ਜੇ ਕੌਮ ਅੱਡ ਹੈ। ਅੰਦਰ ਵਾਲਾ ਝੂਠ ਜਦੇ ਬਾਹਰ, ਅੰਦਰ ਵਾਲਾ ਕਪਟ ਜਦੇ ਬਾਹਰ ਆ ਜਾਂਦਾ ਜਾਂ ਕਹਿੰਦੇ ਕੌਮ ਅੱਡ ਹੈ ਸਾਡੀ। ਉਹ ਤਾਂ ਕਪਟ ਹੈ। ਇੱਕ ਪਿਤਾ ਇੱਕ ਸਿਆਮ ਬਾਰਕ, ਗੁਰੂ ਨੇ ਕਿਹਾ ਕਹੋ, ਉਹ ਕਹਿਤਾ, ਜਦੇ ਮੁੱਕਰ ਗਏ ਅੱਡ ਕੌਮ ਹੈ। ਫਿਰ ਕਹਿੰਦੇ ਅਸੀਂ ਸਿੱਖਾਂ। ਸਿੱਖੀ ਕਿੱਥੇ ਰਹਿ ਗਈ? ਸਿੱਖੀ ਦਾ ਮੂੰਹ 'ਚ ਹੈ। ਹਾਂਜੀ, ਕੁਟੰਬ ਦੇਖ ਬਿਕਸ਼ੇ ਕਮਲਾ, ਜੋ ਪਰ ਕਰ ਜੋਹੇ ਕਪਟ ਨਰਾ। ਜਿਹੜਾ ਪਰ ਕੁਟੰਬ ਦੀਂਦਾ ਹੈ, ਇਹ ਕਪਟ ਨਾਲ ਭਰਿਆ ਹੋਇਆ। ਪਰ ਘਰ ਜੋ ਹੈ, ਦੂਆ ਦੂਏ ਦਾ ਘਰ ਦੇਖਦਾ, ਦੂਏ ਦਾ ਪਿੱਛਾ ਤਕਾਉਂਦਾ। ਕਪਟ ਨਰਾ ਪਰ ਘਰ ਜੋ ਹੈ, ਜਾਂ ਦੂਏ ਦਾ ਘਰ ਦੂਆ ਪਿੱਛਾ ਤਕਾਉਂਦਾ ਹੈ, ਤਾਂ ਸਾਰੇ ਤਕਾਉਂਦੇ ਨੇ ਇੱਕ ਦੂਏ ਦਾ ਪਿੱਛਾ। ਪਰ ਘਰ ਜੋ ਹੈ ਕਪਟੀ ਨਰਾ, ਸਾਰਿਆਂ ਨੂੰ ਕਹਿਤੀ ਗੱਲ, ਇੱਕ ਨੂੰ ਤਾਂ ਨਹੀਂ ਕਹੀ। ਗੱਲ ਨੂੰ ਸਾਰਿਆਂ ਨੂੰ ਕਹਿਤੀ। ਫਿਰ ਕਮਲਾ ਕੌਣ? ਕਮਲਾ ਕਿਉਂ ਨਾ ਕਹੀਏ? ਉਹ ਦੂਏ ਦਾ ਪਿੱਛਾ ਤਕਾਉਂਦਾ ਹੈ। ਦੂਏ ਦਾ ਪਿੱਛਾ ਤਕਾਉਂਦਾ। ਤੁਸੀਂ ਸੁਖੀ ਰਹਿ ਕਿਵੇਂ ਜਾਓਗੇ ਇੱਥੇ? ਫਿਰ ਕਹਿੰਦੇ ਅਸੀਂ ਆਦਮੀ ਹਾਂ। ਦੂੜਾ ਆਇਓ ਹੀ ਜੰਮੇ ਤਣਾ। ਬੰਦੇ ਨਹੀਂ ਹੈਗੇ। ਫਿਰ ਕਹਿੰਦੇ ਅਸੀਂ ਬੰਦੇ ਹਾਂ। ਬੰਦੇ ਕਿਵੇਂ? ਕਹਿੰਦਾ ਬੰਦਾ ਸੋਚੋ ਰਹੇ ਵਿੱਚ ਬੰਦੀ। ਬੰਦਾ ਵਾ ਜਿਹੜਾ ਪਾਣੀ 'ਚ ਰਹੇ, ਹੁਕਮ 'ਚ ਰਹੇ, ਬੰਨਣ 'ਚ ਰਹੇ, ਤਾਂ ਬੰਦਾ। ਕਾਤੇ ਰਹੇ ਬੰਦੀ? ਕਿਉਂ ਸਮਝੇ? ਇੱਕ ਪਿਤਾ ਇੱਕ ਸਿਆਮ ਬਾਰ, ਉਹਦੇ 'ਚ ਉਹਦੇ ਕਿਉਂ ਰਹੇ ਕੰਮ, ਕਿਉਂ ਕਰੇ, ਕਿਉਂ ਸਾਰਿਆਂ ਨੂੰ ਬਰਾਬਰ ਸਮਝੇ? ਕਿਉਂਕਿ ਵੇਖਣ ਕੋ ਦੀਦਾਰ, ਉਹਨੇ ਦੀਦਾਰ ਦੇਖਣਾ ਗਾਹਾਂ, ਹੋਰ ਕਿਸੇ ਦਾ ਉਹਨੇ ਸੰਸਾਰ ਨਹੀਂ ਦੇਖਣਾ। ਇਹ ਸੰਸਾਰ ਦੇਖਦੇ ਨੇ, ਉਹ ਦੀਦਾਰ ਵੇਖਣ ਦੀ ਇੱਛਾ ਹੈ। ਇਹਨਾਂ ਦੀ ਸੰਸਾਰ ਵੇਖਣ ਦੀ ਇੱਛਾ ਹੈ। ਦੋ ਇੱਛਾਵਾਂ ਦਾ ਫਰਕ ਹੈ। ਸੰਸਾਰ ਦੀ ਇੱਛਾ ਅੱਖ ਨਾਲ ਦਿੰਦੀ ਹੈ, ਬਾਹਰਲੀ ਨਾ। ਸੰਸਾਰ ਬਾਹਰ ਹੈ, ਬਾਹਰੀ ਅੱਖ ਨਾਲ ਦਿੰਦਾ। ਅਤੇ ਦੀਦਾਰ ਅੰਦਰ ਵਾਲੇ ਦਾ ਅੰਦਰਲੀ ਅੱਖ ਨਾਲ ਦਿੰਦਾ। ਦੀਦਾਰ ਤਾਂ ਅੰਦਰੋਂ ਦੇਖਣਾ ਨਾ, ਉਹ ਅੰਦਰਲੀ ਅੱਖ ਨਾਲ ਦੇਖਣਾ। ਅੱਖਾਂ ਹੀ ਦੋ ਅਲੱਗ ਅਲੱਗ ਨੇ। ਨਾਨਕ ਸੇ ਅੱਖਣੀਆਂ ਬਿਆਨ, ਜਿਹਨਾਂ ਦਸੰਦੋ ਮਾਂ ਪਿਰੀ। ਮਾਂ ਨਹੀਂ ਮਾਂ, ਮਾਂ ਮੇਰਾ, ਮਾਂ ਨਹੀਂ, ਮਾਂ ਪਿਰੀ। ਮਾਂ ਸ਼ਬਦ ਹੈ, ਮਾਂ ਨਹੀਂ ਹੈ। ਮੇਰਾ ਪਤੀ ਜਿਹਦੇ ਨਾਲ ਦੀਂਦਾ, ਉਹ ਅੱਖਾਂ ਹੋਰ ਨੇ। ਇਹ ਕੌਣ ਕਹਿੰਦੀ ਹੈ? ਵਿਵੇਕ ਬੁੱਧੀ ਕਹਿੰਦੀ ਹੈ। ਉਹ ਜਿਹੜੀਆਂ ਦੁਹਾਗਣਾਂ ਨੇ, ਉਹਨਾਂ ਦਾ ਪਤੀ ਕੋਈ ਹੋਰ ਹੈ। ਤੁਹਾਡੇ ਪਤੀ ਦੂਜੀਆਂ ਅੱਖਾਂ ਨਾਲ ਦੀਂਦੇ ਹੋਣਗੇ। ਵਿਸ਼ਨੂੰ, ਰਾਮ, ਕ੍ਰਿਸ਼ਨ, ਸ਼ਿਵ, ਇਹ ਦੀਂਦੇ ਹੋਣਗੇ ਨਾ ਅੱਖਾਂ ਨਾਲ। ਉਹ ਨਹੀਂ ਦੀਂਦਾ, ਉਹ ਅੱਖਾਂ ਹੋਰ ਨੇ। ਰਾਮ, ਰਹੀਮ ਜਾਂ ਕੋਈ ਹੋਰ, ਬੁੱਧ, ਨਾਨਕ, ਇਹ ਜਿਨ੍ਹਾਂ ਨੇ ਹੋਰ ਬਣਾਏ ਨੇ, ਇਹ ਬਾਹਰਲੀਆਂ ਅੱਖਾਂ ਨਾਲ ਦੇਖਣ ਵਾਲੇ, ਉਹ ਹੋਰ ਨੇ।
ਉਹ ਕਹਿੰਦਾ ਮਾਂ ਪਿਰੀ ਹੈ ਜਿਹੜੀ ਕਹਿੰਦੀ ਆ ਗੁਰਮਤਿ ਕਹਿੰਦੀ ਆ ਉਹ ਆ ਜਿਹੜਾ ਉਹ ਨਹੀਂ ਇਹਨਾਂ ਅੱਖਾਂ ਨਾਲ ਦੀਂਦਾ। ਫੇਰ ਵੀ ਦਰਸ਼ਨ ਬਹਾਲੀਆਂ ਨਾ ਕਰੀ ਜਾਣ ਸਿੱਖ। ਫਿਰ ਸਿੱਖ ਕਿਵੇਂ ਹੋ ਗਏ? ਸਿੱਖ ਨਹੀਂ ਰਹੇ ਫਿਰ। ਗੁਰੂ ਦੇਖੋ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ। ਹਾਂਜੀ, ਦੂੜਾ ਆਇਓ ਹੀ ਜੰਮੇ ਤਣਾ। ਦੂੜਾ ਆਇਓ ਹੀ ਜੰਮੇ ਤਣਾ। ਉੱਧਰ ਆ ਗਿਆ ਸੁਨੇਹਾ ਜੰਮਦਾ, ਹੁਕਮ ਆ ਗਿਆ। ਹੁਕਮ ਹੀ ਆਇਆ ਨਾ ਜਿਹੜਾ ਭੁੱਲਿਆ ਹੋਇਆ ਸੀ, ਉਹ ਤਾਂ ਭੁੱਲਿਆ ਹੋਇਆ ਸੀ, ਵਿਸਰਿਆ ਹੋਇਆ ਸੀ। ਸੁਨੇਹਾ ਆ ਗਿਆ, ਦੂੜਾ ਸੁਨੇਹੇ ਨੂੰ ਕਹਿੰਦੇ ਨੇ। ਦੂੜਾ ਆਇਓ ਹੀ ਜੰਮੇ ਤਣਾ। ਜੰਮੇ ਦਾ ਜੰਮਦਾ ਸੁਨੇਹਾ ਆ ਗਿਆ। ਤਿੰਨ ਆਗੜੇ ਮੈਂ ਰਹਿਣ ਨਾ ਜਾਏ। ਬਸ ਉਹਦੇ ਅੱਗੇ ਫਿਰ ਨਹੀਂ ਰੋਕਿਆ ਜਾ ਸਕਦਾ। ਫਿਰ ਨਹੀਂ ਉੱਥੇ ਕੋਈ ਦਲੀਲ ਅਪੀਲ ਕੁਛ ਵੀ ਨਹੀਂ। ਹੁਕਮ ਦੇ ਅੱਗੇ ਕੋਈ ਦਲੀਲ, ਕੋਈ ਅਪੀਲ, ਕੋਈ ਜ਼ੋਰ, ਕੋਈ ਕੁਛ ਵੀ ਨਹੀਂ ਚੱਲਦਾ। ਕੋਈ ਵਾਹ ਕੋ ਬਸ ਨਹੀਂ ਚੱਲਦਾ। ਉਹਦੇ ਅੱਗੇ ਨਹੀਂ ਰੋਕਿਆ ਰਿਹਾ ਜਾ ਸਕਦਾ। ਉਹਨੂੰ ਮੰਨਣਾ ਹੀ ਪੈਣਾ। ਉਹਦਾ ਕੋਈ ਇਲਾਜ ਹੀ ਨਹੀਂ। ਹਾਂਜੀ, ਕੋਈ ਸਾਜਣ ਆਏ ਕਹੇ ਮਿਲ ਮੇਰੇ ਬੀਠਣਾ ਲੈ ਬਾਹੜੀ ਬੁਲਾਏ। ਕੋਈ ਉਹ ਦੂੜੇ ਨੂੰ ਕੀ ਕਹਿੰਦਾ? ਕਹਿੰਦਾ ਆ ਜਾ, ਮੈਂ ਤਾਂ ਤਿਆਰ ਹਾਂ, ਮੈਂ ਤਾਂ ਉਡੀਕਦਾ ਸੀ ਤੈਨੂੰ। ਕੋਈ ਸਾਜਣ ਆਏ ਕਹੇ। ਉਹ ਜਿਹੜਾ ਪਹਿਲਾਂ ਹੀ ਮਾਲੂਮ ਕਬੂਲ ਕਰੀ ਬੈਠਾ ਉਹ ਤਾਂ ਇਹੀ ਕਹੂਗਾ, ਮਿਲ ਮੇਰੇ ਬੀਠਣਾ ਲੈ ਬਾਹੜੀ। ਉਹ ਜਿਹੜਾ ਪਹਿਲਾਂ ਹੀ ਭਾਣੇ 'ਚ ਆਇਆ, ਹੁਕਮੇ ਆਇਆ, ਭਾਣਾ ਹੀ ਆਇਆ, ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਤੈਨੂੰ ਮੰਨੀ ਬੈਠਾ। ਤੂੰ ਲੈ ਮੈਨੂੰ ਆਪਣੇ ਬਾਹਾਂ 'ਚ ਲੈ ਕੇ ਮੈਨੂੰ ਲੈ ਚੱਲ, ਤੇਰੇ ਦੇਸ਼ ਨੂੰ ਜਾਣਾ। ਮੈਂ ਇੱਥੇ ਰਹਿਣਾ ਹੀ ਨਹੀਂ, ਮੈਂ ਤਾਂ ਇੱਥੇ ਅੱਗੇ ਦੁਖੀ ਹਾਂ। ਮੇਰੇ ਬੀਠਲਾ ਬਾਹੀਂ ਆਪਣੀਆਂ ਬਾਹਾਂ 'ਚ ਬਲਾੜ ਕੇ ਲੈ ਜਾ। ਉਹ ਖੁਸ਼ੀ ਹੈ, ਉਹ ਮਰਨਾ ਕਬੂਲ ਕਰੀ ਬੈਠਾ ਜਿਹੜਾ, ਉਹ ਖੁਸ਼ੀ ਹੈ। ਉਹਨੂੰ ਦੋਹਾਂ ਨੂੰ ਮੌਤ ਹੈ। ਕਹਿੰਦੇ ਮੌਤ ਪੈ ਗਈ, ਦੋਹਾਂ ਦੀ ਮੌਤ ਆ। ਉਹਦੀ ਕਾਹਨੂੰ ਮੌਤ ਹੈ? ਉਹਦਾ ਤਾਂ ਸਾਜਣ ਲੈ। ਉਹ ਕੀ ਕਹਿੰਦਾ? ਕੋਈ ਸਾਜਣ ਆਏ ਕਹੇ। ਹਾਂ, ਜਿਹੜਾ ਸੱਜਣ ਉਹ ਬੀਠੜਾ ਕਹਿੰਦਾ ਮੈਨੂੰ ਬਾਹਾਂ 'ਚ ਬੜਾ ਲੈ। ਉਹਨੂੰ ਖੁਦਾ ਕਹਿੰਦਾ, ਬੀਠੜ ਕਹਿੰਦਾ। ਅਸੀਂ ਉਹਨੂੰ ਕੀ ਕਹਿੰਦੇ ਹਾਂ? ਮੌਤ। ਬੀਠੜ ਮੌਤ ਹੁੰਦੀ ਹੈ। ਬਹੁਤੇ ਸਿਆਣਿਆਂ ਦੀ ਬੀਠੜ ਮੌਤ ਹੈ, ਨਾਮ ਹੈ ਮੌਤ ਉਹਨਾਂ ਦੀ। ਨਾਮ ਨੂੰ ਮੌਤ ਮੰਨਦੇ ਤੇ ਜਿਹੜੇ ਆਪਣੇ ਭਾਣੇ ਨੂੰ ਜ਼ਿੰਦਗੀ ਮੰਨਦੇ ਤੇ ਆਪਣਾ ਭਾਣਾ ਮੌਤ ਸਾਬਤ ਹੋ ਗਿਆ। ਗੁਰ ਕਾ ਭਾਣਾ ਨਹੀਂ ਮੰਨਿਆ ਜਿਹੜਾ ਸਜੀਵਨ ਸੀ। ਆਪਣੇ ਭਾਣੇ ਨੂੰ ਜੀਵਨ ਸਮਝਦੇ ਰਹੇ ਤੇ ਆਪਣਾ ਭਾਣਾ ਹੀ ਲੈ ਕੇ ਡੁੱਬ ਗਿਆ। ਕਿਵੇਂ ਕਹਿੰਦੇ ਲੈ ਸਾਜਣ ਨਹੀਂ? ਉਹ ਤਾਂ ਡਰਦੇ ਸੀ, ਉਹਦਾ ਤਾਂ ਬਾਈਕਾਟ ਸੀ ਗੁਰ ਕੇ ਭਾਣੇ ਦਾ। ਤਾਂ ਉਹ ਤਾਂ ਚਾਹੁੰਦੇ ਹੀ ਨਹੀਂ ਸੀ ਚੱਲਣਾ ਉਹਦੇ ਨਾਲ। ਹੁਣ ਵੀ ਨਹੀਂ ਚੱਲਣਾ ਚਾਹੁੰਦੇ। ਕਿਉਂ? ਉਹਦੇ 'ਤੇ ਭਰੋਸਾ ਨਹੀਂ। ਜੇ ਉਹ ਕਹੇ ਮੈਂ ਸੁਰਗ ਨੂੰ ਲੈ ਕੇ ਜਾਂਦੇ ਉਹ 'ਤੇ ਤਾਂ ਵੀ ਇਤਬਾਰ ਨਹੀਂ, ਭਰੋਸਾ ਹੀ ਨਹੀਂ। ਸੰਸਾਰ 'ਚ ਜਾਣ ਦੀ ਇੱਛਾ ਨਹੀਂ, ਇੱਛਾ ਹੀ ਨਹੀਂ ਪੈਦਾ ਹੋਈ ਸੰਸਾਰ ਤੋਂ। ਬਾਹਰ ਦਾ ਭਰੋਸਾ ਹੀ ਨਹੀਂ ਵੀ ਕੁਛ ਹੁੰਦਾ। ਜੇ ਬਾਹਰ ਦਾ ਭਰੋਸਾ ਹੋਵੇ ਸੰਸਾਰ ਤਿਆਗ ਨਾ ਦੇਵੇ, ਸੰਸਾਰ ਦਾ ਮੋਹ ਛੁੱਟ ਨਾ ਜਾਵੇ। ਜੋ ਗੁਰਬਾਣੀ ਸੁਣਦੇ ਆ ਬਾਹਰ ਕੁਛ ਸੁੱਖ ਹੈ, ਇਹ ਹੈ, ਉਹ ਹੈ, ਭਰੋਸਾ ਕਿਸੇ ਦਾ ਨਹੀਂ ਹੈ। ਜੇ ਭਰੋਸਾ ਹੋਵੇ ਛੁੱਟ ਜਾਵੇ ਸਭ ਇੱਥੇ ਦਾ ਮੋਹ। ਜੇ ਭਰੋਸਾ ਹੋਣ ਲੱਗਦਾ ਮੋਹ ਛੁੱਟ ਜਾਂਦਾ। ਜੇ ਭਰੋਸਾ ਹੈ ਨਹੀਂ ਮੋਹ ਛੁੱਟਦਾ ਨਹੀਂ। ਗੱਲ ਤਾਂ ਭਰੋਸੇ 'ਤੇ ਖੜੀ ਹੈ। ਜੇ ਹੁਣ ਪਾਣੀ ਉਹ ਨਹੀਂ ਦਾ ਸਾਨੂੰ ਕਿਸ਼ਤੀ ਦੇ ਪਰੇ ਪਾਣੀ ਹੈ ਬਈ, ਕਿਵੇਂ ਛਾਲ ਮਾਰ ਦੂਗਾ? ਜਹਾਜ਼ ਚੱਲਦਾ ਵਾਲੇ ਪਾਣੀ ਤਾਂ ਹੈ। ਉਹ ਕਹੇ ਵੀ ਛਾਲਾ ਮਾਰ ਜਾਓ, ਜਹਾਜ਼ 'ਚ ਅੱਗ ਲੱਗ ਗਈ। ਕਹਿੰਦਾ ਵੀ ਅੱਗ ਤਾਂ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਵੀ ਉੱਥੇ ਵੀ ਡੁੱਬਣੇ ਵਾਲਾ, ਇੱਥੇ ਵੀ ਡੁੱਬਣੇ। ਉਹਨੂੰ ਅੱਗ ਨੂੰ ਬੁਝਾਉਣ ਦੀ, ਕਾਬੂ ਕਰਨ ਦੀ ਕੋਸ਼ਿਸ਼ ਕਰਨਗੇ ਵੀ ਸ਼ਾਇਦ ਆਪ ਬੁੱਝ ਜਾਵੇ। ਅਖੀਰ ਨੂੰ ਜੋ ਮਰਜ਼ੀ ਹੋ ਜਾਵੇ। ਪਰ ਜੇ ਕੋਈ ਉੱਥੇ ਥੱਲੇ ਦੀ ਜਾਵੇ ਚੀਜ਼ ਸਪੋਰਟ, ਵੀ ਮੈਂ ਡੁੱਬਦਾ ਨਹੀਂ, ਚਾਹੇ ਉਹ ਥੋੜ੍ਹਾ ਜਿਹਾ ਫੁੱਟ ਪਾਣੀ ਦੇ ਵਿੱਚ ਹੋਵੇ, ਬਈ ਉਹ ਤਖਤਾ ਹੈ, ਬਈ ਕੋਈ ਚੀਜ਼ ਹੈ, ਪਾਣੀ ਫੁੱਟ ਦੇ ਥੱਲੇ ਠੋਸ ਹੈ, ਫੁੱਟ ਪਾਣੀ 2 ਫੁੱਟ ਪਾਣੀ ਹੈ, ਛਾਲ ਮਾਰ ਦਿਓ ਉਹ ਆਪਾਂ ਨੂੰ ਬਚਾ ਕੇ ਲੈ ਜੂ, ਫਿਰ ਛਾਲ ਮਾਰ ਦੂਗਾ। ਕਿ ਭਰੋਸਾ ਵੀ ਥੱਲੇ ਕੁਛ ਹੈ, ਦੀਂਦਾ ਪਾਣੀ ਦੇ ਵਿੱਚ। ਐ ਜੇ ਭਰੋਸਾ ਇਹੋ ਜਿਹਾ ਹੀ ਭਰੋਸਾ ਹੁੰਦਾ
ਨਾਮ ਤੇ। ਪ੍ਰਗਟ ਨਾਮ ਨਹੀਂ ਹੈ, ਪ੍ਰਗਟ ਪਾਣੀ ਹੈ ਉੱਤੇ, ਪਰ ਪਾਣੀ ਦੇ ਵਿੱਚ ਦੀ ਨੀਂਦ ਹੈ ਵੀ ਕੁਛ ਹੈ ਥੱਲੇ। ਜਿਵੇਂ ਕਿਸੇ ਨੂੰ ਪਾਣੀ ਦੇ ਵਿੱਚ ਦੀ ਦੀ ਜਵੇ, ਕਿਸੇ ਨੂੰ ਨਾ ਦਿਖੇ, ਅੰਨੇ ਨੂੰ ਨਾ ਦਿਖੇ, ਸੰਜਾਖੇ ਨੂੰ ਦੀ ਜਵੇ। ਅੰਨਾ ਵੀ ਤਾਂ ਹੈ ਇੱਕ, ਜਿਹੜਾ ਅੰਨਾ ਬੋੜਾ ਉਹਨੂੰ ਤਾਂ ਪਤਾ ਨਹੀਂ ਲੱਗਣਾ। ਅੱਖਾਂ ਵਾਲਾ ਤਾਂ ਦੇਖ ਲੂ, ਉਹ ਬਚ ਸਕਦਾ, ਉਹ ਭਰੋਸਾ ਕਰ ਸਕਦਾ। ਅੰਨਾ ਭਰੋਸਾ ਕਰਦਾ ਨਹੀਂ। ਜਿੰਨਾ ਚਿਰ ਅੰਨਾ ਬੋੜਾ ਗੁਰਮਤਿ 'ਤੇ ਭਰੋਸਾ ਨਹੀਂ ਹੋ ਸਕਦਾ। ਜਿੰਨਾ ਚਿਰ ਮਾਇਆ ਧਾਰੀ ਹੈ ਉਹਨਾਂ ਚਿਰ ਭਰੋਸਾ ਨਹੀਂ ਕਰ ਸਕਦਾ। ਜਿੰਨਾ ਚਿਰ ਮਾਇਆ ਮੋਹ ਅੱਗ ਲੜਾ ਉਹਨਾਂ ਚਿਰ ਭਰੋਸਾ ਨਹੀਂ ਕਰ ਸਕਦਾ। ਉਹੀ ਗੱਲ ਆਈ ਨਾ, ਮਾਇਆ ਮੋਹ ਅੱਗ ਲੜਾ, ਉਹਨਾਂ ਚਿਰ ਭਰੋਸਾ ਨਹੀਂ ਕਰ ਸਕਦਾ। ਹਾਂਜੀ। ਮਿਲ ਮੇਰੇ ਰਮਈਆ ਮੈਂ ਲੈ ਹੀ ਛੁਡਾਏ। ਮਿਲ ਮੇਰੇ ਰਮਈਆ ਮੋਹ ਲੈ ਹੀ ਛਡਾਏ। ਉਹ ਮੈਂ ਤਾਂ ਤੈਨੂੰ ਚਾਹੁੰਦਾ ਵੀ ਤੂੰ ਮੇਰਾ ਛਡਾ ਮੈਨੂੰ ਇਹ ਜੰਜਾਲ ਤੋਂ, ਐ ਉਗਣਾ ਤੋਂ ਛਡਾ, ਉਗਣ ਵਾਲੇ ਦੇਸ਼ ਤੋਂ। ਉਹ ਸਾਰਾ ਇੱਕ ਦੂਏ ਦੇ ਦੁਸ਼ਮਣ ਨੇ ਦਾ ਪਿੱਛਾ ਟਿਕਾਉਂਦੇ ਨੇ। ਇਹਨਾਂ ਸਾਰਿਆਂ 'ਚੋਂ ਦੁਸ਼ਮਣਾਂ 'ਚੋਂ ਕੱਢ ਕੇ ਬਾਹਰ ਲੈ ਚੱਲ। ਇੱਥੇ ਤਾਂ ਝਾੜ ਪੱਤਾ ਪੱਤਾ ਇੱਕ ਦੂਏ ਦਾ ਵੈਰੀ ਹੈ। ਇੱਥੇ ਮੈਂ ਰਹਿਣਾ ਕਰਨਾ ਕੀ ਉਹਦੇ? ਇਹੋ ਜਿਹੇ ਦੇਸ਼ 'ਚ ਰਹੀਦਾ ਹੁੰਦਾ। ਇਹੋ ਜਿਹੇ ਦੇਸ਼ 'ਚ ਨਹੀਂ ਰਹਿ ਸਕਦੇ। ਮਾੜੇ ਮਹੱਲਿਆਂ ਜਾ ਕੇ ਚੰਗੇ ਆਦਮੀ ਰਹਿੰਦੇ ਨੇ। ਜਿਹੜੇ ਮਾੜੇ ਮਹੱਲੇ ਨੇ ਆਪਾਂ ਉਹ ਏਰੀਏ ਜਾ ਕੇ ਮਕਾਨ ਲੈਂਦੇ ਹਾਂ, ਫਿਰ ਇੱਥੇ ਨਹੀਂ ਲੈਂਦਾ ਕੋਈ। ਜਦੋਂ ਸਾਨੂੰ ਪਤਾ ਲੱਗ ਜਾਵੇ ਵੀ ਇਹ ਬਿਰਤੀਆਂ ਨੀਚ ਨੇ ਸਾਰੀਆਂ, ਅਤੇ ਉੱਚ ਬਿਰਤੀਆਂ ਇੱਥੇ ਕਿਉਂ ਰਹਿਣਗੀਆਂ? ਕੀ ਲੋੜ ਆ ਉਹਨੂੰ ਰਹਿਣ ਦੀ? ਜਾਂ ਉਹਨਾਂ ਨੂੰ ਗਾਹਾਂ ਲਈ ਜਾਂਦੇ ਨੇ, ਅਗਲੇ ਕਹਿੰਦੇ ਆ ਜਾਓ। ਜਾਂ ਉਹਨਾਂ ਨੂੰ ਲਿਜਾਣੇ ਵਾਲੇ ਲੈ ਕੇ ਜਾਂਦੇ ਨੇ ਬਈ ਰਾਜਾ ਕਹਿੰਦਾ ਆ ਜਾ ਤੂੰ ਮਹਿਲ 'ਚ। ਕੋਈ ਪਿੰਡ ਜ਼ਰੂਰ ਰਹੂ, ਉਹ ਪਿੰਡ 'ਚ ਪਰ ਜਾ ਰਿਹਾ ਆ, ਉਹ ਆਪਣੇ ਮਹਿਲ 'ਚ ਜਾਊ। ਹੁਣ ਜਿਹੜੇ MP ਜਿੱਤ ਜਾਂਦੇ ਨੇ ਫਿਰ ਪਿੰਡ ਆਉਂਦੇ ਨੇ, ਉਹ ਤਾਂ ਮਜਬੂਰੀ ਨੂੰ ਆਉਂਦੇ ਨੇ। ਜਾਂ ਕਹਿੰਦੇ ਵੀ ਯਾਰ 2.5 ਸਾਲ ਹੋ ਗਏ ਜਿੱਤ ਕੇ ਪਿੰਡੇ ਨਹੀਂ ਆਇਆ। ਫਿਰ ਕਹਿੰਦੇ ਨੇ ਹੁਣ ਜਾਇਆ ਹੀ ਐਤਕੀ, ਨਹੀਂ ਤਾਂ ਗਾਹਾਂ ਨੂੰ ਵੋਟਾਂ ਲੈਣੀਆਂ ਨੇ। ਮਜਬੂਰੀ ਨੂੰ ਆਉਂਦੇ ਨੇ। ਕੌਣ ਜਾਂਦਾ? ਉਹ ਰਾਸ਼ਟਰਪਤੀ ਹੁਣ ਪਿੰਡ ਯਾਦ ਆਉਂਦਾ। ਇਹ ਐਵੇਂ ਗੱਲਾਂ ਹੁੰਦੀਆਂ ਨੇ ਵੀ ਪਿੰਡ ਯਾਦ ਆ ਗਿਆ, ਚਲੋ ਮਾੜਾ ਮੋਟਾ ਤਾਂ ਯਾਦ ਆ ਵੀ ਜਾਂਦਾ। ਹਾਂਜੀ। ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ। ਅਨਕ ਰਾਜ, ਅਨਕ ਅਨਕ ਭੋਗ ਰਾਜ, ਅਨਕ ਅਨਕ ਭੋਗ ਰਾਜ, ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ। ਰਾਜ ਨਹੀਂ ਸੀ ਚਾਹੀਦਾ ਲਫ਼ਜ਼। ਅਨਕ ਅਨਕ ਭੋਗ ਰਾਗ, ਜੱਜਾ ਹਾਂ ਗਲਤ ਹੈ ਜੱਜਾ। ਅਨਕ ਅਨਕ ਭੋਗ ਰਾਗ, ਰਾਗ ਚਾਹੀਦਾ। ਰਾਗ ਤਾਂ ਹੈ, ਰਾਜ ਕਿੱਥੇ ਹੈ ਸਾਡੇ ਕੋਲ? ਸੰਸਾਰੀ ਆਦਮੀ ਕੋਲ ਰਾਜ ਕਿੱਥੇ? ਰਾਗ ਤਾਂ ਹੈ, ਕਦੇ ਕੋਈ ਰਾਗ ਗਾਉਂਦਾ, ਕਦੇ ਕੋਈ ਗਾਉਂਦਾ। ਕਹਿੰਦਾ ਤੂੰ ਤਾਂ ਆਪਣੇ ਰਾਗ ਗਾਈ ਜਾਂਦੇ। ਕਦੇ ਕੋਈ ਭੁੱਖ ਹੈ, ਕਦੇ ਕੋਈ ਇੱਛਾ, ਕਦੇ ਕੋਈ ਇੱਛਾ। ਅਨਕ ਅਨਕ ਭੋਗ ਰਾਗ ਬਿਸਰੇ ਪ੍ਰਾਣੀ। ਉਹ ਰਾਗ ਆ ਸਾਡੇ ਆਪਣੇ। ਆ ਮਰ ਗਏ ਹੋਏ, ਆ ਹੋ ਗਿਆ, ਐਂ ਹੋ ਗਿਆ, ਮੀਂਹ ਨਹੀਂ ਪਿਆ, ਮੀਂਹ ਜ਼ਿਆਦਾ ਕਿਉਂ ਪੈ ਗਿਆ, ਜਾਂ ਹੁਣ ਵਿਆਹ ਹੈ, ਹੁਣ ਉਹ ਹੈ, ਖਰਚਾ, ਤੰਗੀ ਹੈ ਕਿ ਅਨੇਕ ਪ੍ਰਕਾਰ ਦਾ ਰਾਗ ਤਾਂ ਹੈ। ਉਹ ਰਾਜ ਕਿੱਥੇ ਆ ਵਿਚਾਰੇ ਕੋਈ? ਦੇਖੋ ਅਨਕਾ ਫਿਰ ਹਰ ਪ੍ਰਾਣੀ ਦੀ ਗੱਲ ਹੈ ਇਹ ਲਫ਼ਜ਼। ਰਾਜੇ ਨੂੰ ਨਹੀਂ ਕਿਹਾ, ਪ੍ਰਾਣੀ ਨੂੰ ਕਿਹਾ ਹੋਇਆ। ਅਨਕ ਅਨਕ ਭੋਗ ਰਾਗ ਬਿਸਰੇ ਪ੍ਰਾਣੀ, ਅਨਕ ਅਨਕ ਭੋਗ ਰਾਗ ਬਿਸਰੇ ਪ੍ਰਾਣੀ। ਸੰਸਾਰ ਸਾਗਰ ਪੈ ਅਮਰ ਪਿਆ। ਬਿਸਰੇ ਪ੍ਰਾਣੀ, ਬਿਸਰੇ ਜੋ ਰਾਗ ਸੀ ਸਾਰੇ ਵਿਸਰ ਗਏ। ਸਾਰੇ ਭੋਗ ਛੱਡ ਦਿੱਤੇ ਉਹਨੇ, ਵਿਸਾਰਤੇ ਸਾਰੇ ਰਾਗ ਵਿਸਾਰਤੇ। ਜਿਹਦੇ ਵਿਸਰ ਗਏ ਉਹ ਇੱਥੋਂ ਅਮਰ ਪਿਆ। ਸੰਸਾਰ ਸਾਗਰ ਪੈ ਅਮਰ ਪਿਆ। ਉਹਦੀ ਕੋਈ ਡਿਮਾਂਡ ਨਹੀਂ ਹੈ। ਰਾਗ ਹੈ ਡਿਮਾਂਡ, ਮਾਇਆ 'ਚ ਉਹਦੀ ਕੋਈ ਇੱਛਾ ਹੀ ਨਹੀਂ ਹੈ। ਮਾਇਆ ਦੀ ਇੱਛਾ ਕੋਈ ਨਹੀਂ। ਸਮਝੇ ਨਹੀਂ? ਨਾ ਕੋਈ ਬਰਤਨ ਦੀ ਖਾਣ ਦੀ ਇੱਛਾ, ਨਾ ਇਹਦੇ 'ਚੋਂ ਮਾਇਆ ਦੀ ਵਡਿਆਈ ਦੀ ਇੱਛਾ। ਰਾਗ ਤਾਂ ਵਡਿਆਈ ਹੋਈ ਆ। ਉਹ ਰਾਗ ਫਿਰ ਤਿੰਨੇ ਆ ਕੇ ਪਰਸੂ, ਪਰਸਾ, ਪਰਸਰਾਮ,
ਮਾਇਆ ਤੇਰੇ ਤੀਨ ਨਾਮ। ਪਰਸੂ ਪਰਸਾ ਪਰਸਰਾਮ ਵੀ ਤਾਂ ਬਣਦਾ ਹੈ, ਉਹੀ ਪਰਸਰਾਮ ਬਣਦਾ ਹੈ, ਉਹੀ ਪਰਸੂ ਬਣ ਜਾਂਦਾ। ਰੰਗ ਤਾਂ ਬਦਲਦਾ ਹੀ ਹੈ। ਹਾਂਜੀ। ਮਾਇਆ ਮੁੱਠਾ ਚੇਤਸ ਨਾਹੀ, ਜਨਮ ਗਵਾਇਓ ਆਲਸਿਆ। ਮਾਇਆ ਮੁੱਠਾ ਚੇਤਸ ਨਹੀਂ, ਐਸਾ ਮਾਇਆ ਨੇ ਤੈਨੂੰ ਠਗਿਆ, ਤੂੰ ਜਾਗਦਾ ਹੀ ਨਹੀਂ। ਚੇਤਨਾ ਹੁੰਦਾ ਜਾਗਣਾ, ਜਾਗਦਾ ਹੀ ਨਹੀਂ, ਤੈਨੂੰ ਹੋਸ਼ ਹੀ ਨਹੀਂ ਆਉਂਦੀ ਵੀ ਮੈਨੂੰ ਕੀ ਕਹਿ ਰਹੇ ਨੇ। ਜਨਮ ਗਵਾਇਓ ਆਲਸਿਆ। ਜਨਮ ਗਵਾਇਓ ਆਲਸੀਆ। ਇਸ ਸੁਸਤੀ 'ਚ ਹਾਂ ਕਰ ਲਾਂਗੇ ਯਾਰ, ਕੋਈ ਨਹੀਂ, ਅਜੋ ਬਥੇਰੀ ਜ਼ਿੰਦਗੀ ਪਈ ਹੈ, ਆਹ ਕਰਨਾ ਉਹ ਕਰਨਾ, ਇਸ ਆਲਸ ਵਿੱਚ ਜਨਮ ਗਵਾ ਲਿਆ। ਜਨਮ ਗਵਾਇਓ ਆਲਸੀਆ, ਇਹਨੂੰ ਆਲਸੀ ਕਹਿੰਦੇ ਨੇ। ਜਿਹੜਾ ਦੂਆ ਕੱਲ ਕਰਨਾ ਸੋ ਅੱਜ ਕਰ, ਅੱਜ ਕਰੇ ਸੋ ਅਬ, ਉਹ ਆਲਸੀ ਨਹੀਂ ਹੈ, ਉਹ ਉਦਮੀ ਹੈ। ਉਹ ਉਦਮੀ ਹੈ, ਇਹ ਆਲਸੀ ਹੈ। ਅੱਜ ਦੇ ਕੰਮ ਨੂੰ ਕੱਲ੍ਹ ਤੇ ਛੱਡ ਦੇਣਾ ਵੀ ਚਲੋ ਕਰ ਲਾਂਗੇ, ਕੋਈ ਨਹੀਂ। ਕੰਮ ਇਕੱਠਾ ਹੋ ਜਾਂਦਾ, ਫਿਰ ਇਕੱਠਾ ਹੋਈ ਹੋ ਜਾਂਦਾ, ਇਹ ਕਰਨਾ ਹੀ ਨਹੀਂ। ਬੇਖਮ ਘੋਰ ਪੰਥੀ ਚਾਲਣਾ ਪ੍ਰਾਣੀ, ਰਵੀ ਸਸੀ ਤੈ ਨਾ ਪ੍ਰਵੇਸ਼ੰਗ। ਬਿਖਮ ਘੋਰ ਪੰਥੀ ਚਾਲਣਾ, ਬਿਖਮ ਘੋਰ ਬਹੁਤ ਜ਼ਿਆਦਾ ਔਖਾ ਰਸਤਾ ਪੈਂਦਾ ਹੈ। ਪੰਥੀ ਪੈਂਡਾ ਚੱਲਣਾ ਪ੍ਰਾਣੀ, ਬੇਖਮ ਘੋਰ ਪੰਥੀ ਚਾਲਣਾ ਪ੍ਰਾਣੀ, ਰਵੀ ਸਸੀ ਤੈ ਨਾ ਪ੍ਰਵੇਸ਼ੰਗ। ਉੱਥੇ ਚੰਦ ਸੂਰਜ ਦੋ ਨਹੀਂ ਹੁੰਦੇ, ਦੋਏ ਨਹੀਂ ਹੁੰਦੇ। ਕੀ ਗੱਲ ਹੈ ਭਲਾ, ਕਿਹੜੇ ਚੰਦ ਸੂਰਜ ਨਹੀਂ ਹੁੰਦੇ? ਬਾਲਿਆਂ ਦੀ ਗੱਲ ਨਹੀਂ ਹੈ, ਚਿੱਤਰਮਨ ਦੋਏ ਨਹੀਂ ਹੁੰਦੇ ਉੱਥੇ। ਉਹ ਤਾਂ ਇਕੱਲਾ ਹੀ ਅੱਗੇ ਹੰਸ ਅਕੇਲਾ ਹੁੰਦਾ। ਆ ਜਿਹੜੇ ਹੁਣ ਨੇ ਨਾ ਆਦਮੀ ਦੀ ਜੂਨੀ 'ਚ ਦੋ, ਇੱਥੇ ਦੋ ਨਹੀਂ ਹੁੰਦੇ, ਉੱਥੇ ਹੰਸ ਅਕੇਲਾ ਹੀ ਹੁੰਦਾ। ਉੱਥੇ ਕੁਛ ਹੋਰ ਹੁੰਦਾ, ਇੱਥੇ ਕੁਛ ਹੋਰ ਹੈ। ਰਵੀ ਸਸੀ ਤੈ ਨਾ ਪ੍ਰਵੇਸ਼ੰਗ, ਉਸ ਰਸਤੇ ਨਾਲ ਆ ਸੂਰਜ ਚੰਦ ਦੀ ਰੋਸ਼ਨੀ ਹੁੰਦੀ ਹੈ, ਨਾ ਚਿੱਤਰਮਨ ਹੁੰਦੇ ਨੇ। ਦੋਏ ਰਵੀ ਸਸੀ ਨਹੀਂ ਹੁੰਦੇ। ਜਿੱਥੇ ਇਹ ਰਵੀ ਸਸੀ ਨੇ, ਉਹ ਦੂਏ ਰਵੀ ਸਸੀ ਵੀ ਉੱਥੇ ਹੀ ਹੁੰਦੇ ਨੇ। ਚੰਦ ਸੂਰਜ ਨੇ ਜਿੱਥੇ, ਚਿੱਤਰਮਨ ਦੋ ਉੱਥੇ ਹੀ ਹੁੰਦੇ ਨੇ। ਜਿੱਥੇ ਇਹ ਦੋਏ ਨਹੀਂ ਹਨ, ਉਹ ਦੂਏ ਮਨ ਨਾਲ ਚਿੱਤ ਵੀ ਨਹੀਂ ਹੁੰਦੇ ਉੱਥੇ। ਆਹ ਗੱਲ ਦੱਸੀ ਹੈ। ਸ਼ਾਇਦ ਕਿਸੇ ਦਾ ਨਾ ਸਮਝ ਆਈ ਹੋਵੇ ਅਜੇ ਵੀ। ਜਿੱਥੇ ਚੰਦ ਸੂਰਜ ਦੋਏ ਨੇ, ਚੜ੍ਹਦੇ ਰਹਿੰਦੇ, ਛਿਪਦੇ ਰਹਿੰਦੇ, ਉਸ ਏਰੀਏ 'ਚ ਜਿਹੜਾ ਜਨਮ ਜੂਨੀ ਆਦਮੀ ਦੀ, ਜੀਵਾਂ ਦੀ ਚੰਦ ਇਹ ਉਹਦੇ ਵਿੱਚ ਹੀ ਮਨ ਚਿੱਤ ਪੈਦਾ ਹੁੰਦੇ ਨੇ। ਬਸ ਜੂਨੀਆਂ ਪੈਦਾ ਹੁੰਦੀਆਂ ਨੇ। ਜਿੱਥੇ ਚੰਦਰਮਾ ਸੂਰਜ ਨਹੀਂ, ਉੱਥੇ ਜੂਨੀਆਂ ਨਹੀਂ ਹੁੰਦੀਆਂ, ਜੀਵ ਆਤਮਾ ਨਹੀਂ ਹੁੰਦੀ। ਹੋ ਹੀ ਨਹੀਂ ਸਕਦੀ ਉੱਥੇ ਰਵੀ, ਜਿੱਥੇ ਰਵੀ ਸਸੀ ਨਹੀਂ, ਉੱਥੇ ਰਵੀ ਸਸੀ ਚਿਤਮਨ ਨੇ, ਉਹ ਦੋਏ ਇਕੱਠੇ ਕਰਤੇ। ਉੱਥੇ ਚੰਦ ਸੂਰਜ ਵੀ ਹੈ ਨਹੀਂ, ਉੱਥੇ ਚੰਦ ਸੂਰਜ ਕਿੱਥੇ ਨੇ? ਚੰਦ ਸੂਰਜ ਨਾਲੇ ਜੀਵਨ ਚੱਲਦਾ, ਚੰਦ ਸੂਰਜ ਨਾਲੇ ਖੁਰਾਕ ਚੱਲਣੀ ਹੈ ਸਰੀਰ ਦੀ। ਨਹੀਂ ਤਾਂ ਸੂਰਜ ਨਾ ਹੋਇਆ ਤਾਂ ਪਾਣੀ ਜੰਮ ਜਾਣਾ, ਪਾਣੀ ਨਹੀਂ ਰਹਿਣਾ, ਟੈਂਪਰੇਚਰ ਨਹੀਂ ਰਹਿਣੀ, ਜੀਵਨ ਨਹੀਂ ਰਹਿਣਾ। ਹਾਂਜੀ। ਮਾਇਆ ਮੋਹ ਤਬ ਵਿਸਰ ਗਿਆ, ਜਾਂ ਤਜੀਏ ਲਈ ਸੰਸਾਰੰਗ। ਬਾਜਾ ਮਾਇਆ ਮੋਹ ਤਾਂ ਵਿਸਰ ਗਿਆ, ਜਾਂ ਤਜੀਏ ਲਈ ਦਬ ਚੱਲ ਤਜੀਏ ਲਈ ਸੰਸਾਰੰਗ। ਜ਼ਿਆਦਾ ਇਹ ਤਿਰਕੁੜੀ ਛੱਡੀ ਮਾਇਆ ਮੋਹ, ਜਦੋਂ ਵਿਸਰ ਜਾਣਾ। ਜਦੋਂ ਨਬਜ ਟੁੱਟ ਗਈ ਨਾ ਮਾਇਆ ਮੋਹ ਤਾਂ ਉਹਨਾਂ ਚਿਰ ਤੱਕੇ ਹੈ। ਕੀ ਫਾਇਦਾ ਹੋਇਆ ਬਈ ਰੱਖੇ ਦਾ? ਇਹ ਤਾਂ 15-20 ਮਿੰਟ ਵੀ ਸਰੀਰ ਛੱਡਣ ਤੋਂ ਬਾਅਦ ਨਹੀਂ ਰਿਹਾ। 15-20 ਮਿੰਟ ਵੀ ਰਹਿੰਦਾ ਇਹਦਾ ਨਸ਼ਾ ਤਾਂ ਵੀ ਸੀ, 1 ਸਕਿੰਟ ਵੀ ਨਸ਼ਾ ਨਹੀਂ ਰਿਹਾ ਇਹਦਾ। ਜਿਵੇਂ ਸਵਿਚ ਆਫ ਕੀਤੀ, ਹਨੇਰਾ ਜਦੇ ਹੀ ਹੋ ਗਿਆ। 2 ਮਿੰਟ ਵੀ ਨਹੀਂ ਚਾਨਣ ਨੇ ਕਿਹਾ ਵੀ ਇੰਨਾ ਚੱਲਦਾ ਟਿਕਿਆ ਹੋਇਆ, 2 ਮਿੰਟ ਤਾਂ ਠਹਿਰ ਜਾਂਦਾ। ਚਾਨਣੇ ਨੂੰ ਕਹੇ ਵੀ ਜੇ ਤੇਰੀ ਸਪਲਾਈ ਪਿੱਛੋਂ ਬੰਦ ਕਰਤੀ ਯਾਰ, 5-4 ਮਿੰਟ ਤਾਂ ਰੋਜ਼ ਦਾ ਵਾਹ ਹੈ ਆਪਣਾ, ਠਹਿਰ ਜਾਂਦਾ। ਮੇਰੇ ਤਾਂ ਵਿਚਾਲੇ ਰਹਿ ਗਿਆ ਕੰਮ, ਮੰਨਦਾ ਉਹ। ਇਸ ਵਿੱਚ ਬਿਜਲੀ ਗਈ ਤੇ ਗਿਆ, ਐਂ ਜਾਂਦਾ ਮੈਂ ਆਦਮ, ਉਹ ਜਿਵੇਂ ਬਿਜਲੀ ਜਾਣ ਤੇ ਚਾਨਣ ਚਲਿਆ ਜਾਂਦਾ, ਐਂ ਚਲਿਆ ਜਾਂਦਾ। ਤੇ ਅਸੀਂ ਉਹ ਮੋਹ ਕੀਤਾ, ਉਹਨੇ ਤਾਂ ਕੀਤਾ ਨਹੀਂ ਸਾਡੇ ਨਾਲ। ਜਿਹਦੇ ਨਾਲ ਅਸੀਂ ਕੀਤਾ ਉਹਨੇ ਤਾਂ ਕੀਤਾ ਨਹੀਂ।
ਉਹ ਕਮਲਾ ਹੋਇਆ ਕਿ ਇਹ ਕਮਲਾ ਹੋਇਆ। ਉਹ ਜੜ ਕਮਲਾ ਨਹੀਂ ਹੈ, ਚੇਤਨ ਕਮਲਾ ਹੈ। ਜੜ ਆਪਣੀ ਡਿਊਟੀ ਜੜ ਆਪਣੇ ਸੁਭਾਅ 'ਤੇ ਵਰਤਿਆ, ਆਪਣੀ ਖਸਲ ਦੇ ਉੱਤੇ ਵਰਤਿਆ, ਆਪਣੇ ਗੁਣ ਦੇ ਉੱਤੇ, ਆਪਣੇ ਸੁਭਾਅ 'ਤੇ ਵਰਤਿਆ। ਇਹ ਆਪਣੇ ਸੁਭਾਅ ਤੋਂ ਉਲਟ ਵਰਤਿਆ। ਉਹਦੀ ਜੋ ਡਿਊਟੀ ਹੈ ਵੀ ਇੰਨਾ ਚਿਰ ਖੜਨਾ ਤਾਂ ਬਾਅਦ ਤੂੰ ਨਹੀਂ ਖੜ ਸਕਦਾ। ਉਹ ਭਾਣੇ ਚੱਲਿਆ, ਇਹ ਭਾਣੇ ਤੋਂ ਬਿਨਾਂ ਚੱਲਦਾ। ਉਹ ਆਪਣੇ ਭਾਣੇ ਜੇ ਚੱਲਦਾ ਤਾਂ ਰੁਕ ਜਾਂਦਾ ਚੱਲਣ। ਉਹ ਕਹਿੰਦਾ ਮੇਰਾ ਤਾਂ ਭਾਣਾ ਹੀ ਨਹੀਂ ਕੋਈ, ਮੈਂ ਤਾਂ ਜਦੇ ਹੀ ਜਾਣਾ ਪੈਂਦਾ, ਮੈਨੂੰ ਤਾਂ ਜਦੇ ਹੀ ਗਾਇਬ ਹੋਣਾ ਪੈਂਦਾ। ਇਸ ਤਰੀਕੇ ਨਾਲ ਜਿਹੜੀ ਮਾਇਆ ਹੈ, ਆਗਿਆਕਾਰੀ ਕੀਨੀ ਮਾਇਆ। ਉਹਦਾ ਕਹਿੰਦਾ ਜਿਹੜੀ ਮੈਂ ਕੀਤੀ ਮੇਰੀ ਆਗਿਆ 'ਚ ਹੈ, ਇਹ ਜੋ ਫਿਰ ਨਹੀਂ ਆਗਿਆ 'ਚ ਮੇਰੀ ਹੈਗਾ, ਜਿਹਦੇ ਖਾਤਰ ਸਭ ਕੁਛ ਕੀਤਾ ਹੈ, ਇਹ ਆਗਿਆ ਤੋਂ ਪੈਦਾ ਹੈ। ਉਹ ਆਗਿਆ ਦੇ ਵਿੱਚ ਆ ਸਾਰੀ ਮਾਇਆ। ਫਿਰ ਇਹਨੂੰ ਅਕਲ ਨਹੀਂ ਆਈ ਜੋ ਕਿ ਕੀ ਕਹੇਗੇ। ਸੱਚਖੰਡ ਵਾਲਿਆਂ ਦੀ ਆਵਾਜ਼ 'ਚ ਕੀ ਕਿਹਾ? ਆਗਿਆਕਾਰੀ ਕੀਨੀ ਮਾਇਆ। ਉਹਨਾਂ ਨੇ ਆਪਣੀ ਵੇਦਨਾ ਦੱਸਤੀ, ਆਪਣੀ ਤਕਲੀਫ ਦੱਸਤੀ, ਆਪਣੀ ਚਿੰਤਾ ਵਿਅਕਤ ਕਰਤੀ ਆਗਿਆਕਾਰੀ ਕੀਨੀ ਮਾਇਆ ਕਹਿ ਕੇ। ਪਰ ਇਸ ਨੂੰ ਕੋਈ ਪਤਾ ਨਹੀਂ ਪਸ਼ੂ ਨੂੰ ਵੀ ਕਿਹਨੂੰ ਗੱਲ ਕਹੀਏ, ਕੀ ਕਹੀਏ। ਇਹ ਤਾਂ ਕਿਹਨੂੰ ਪਤਾ ਆਗਿਆਕਾਰੀ ਕੀਨੀ ਮਾਇਆ। ਕੀ ਲੋੜ ਸੀ ਇਹ ਗੱਲ ਕਹਿਣ ਦੀ ਆਗਿਆਕਾਰੀ ਕੀਨੀ ਮਾਇਆ? ਬਈ ਕੀ ਉੱਥੇ ਲੋੜ ਪੈ ਗਈ ਸੀ? ਕਿਸੇ ਨੇ ਪੁੱਛਿਆ ਸੀ ਵੀ ਤੇਰੀ ਆਗਿਆ, ਮਾਇਆ ਤੇਰੀ ਆਗਿਆ 'ਚ ਹੈ ਕਿ ਨਹੀਂ ਹੈ? ਕੁਛ ਕਹਿਣਾ ਸੀ, ਬੁਝਾਰਤ ਸੀ, ਕਹਿਤੀ, ਬੁਝਣ ਵਾਲਾ ਬੁਝ ਲੋ। ਕਾਹਤੇ ਕਹੀਏ, ਕਿਉਂ ਕਹੀਏ? ਇੱਕ ਸ਼ਬਦ ਨਹੀਂ ਕਿਹਾ ਹੋਇਆ ਬਿਨਾਂ ਲੋੜ ਤੇ ਗੁਰਬਾਣੀ 'ਚ, ਇੱਕ ਵੀ ਸ਼ਬਦ। ਜਦ ਸਮਝ ਆਉਂਦੀ ਹੈ, ਜਦ ਪਤਾ ਲੱਗਦਾ ਇਹਦੀ ਵੀ ਕੋਈ ਮਤਲਬ ਸੀ। ਆਗਿਆਕਾਰੀ ਕੀਨੀ ਮਾਇਆ ਦਾ ਇੰਨਾ ਡੂੰਘਾ ਲਫ਼ਜ਼ ਦਾ ਮਤਲਬ ਹੈ ਜਿੱਥੇ ਜਾ ਹੀ ਨਹੀਂ ਸਕਦੀ, ਆਦਮੀ ਦੀ ਸੁਰਤ ਨਹੀਂ ਜਾ ਸਕਦੀ। ਸਰਸਰੀ ਗੱਲ ਹੈ। ਕਿਹਦੀ ਆਗਿਆਕਾਰੀ ਹੈ ਮਾਇਆ? ਸਾਡੀ ਆਗਿਆ ਤਾਂ ਮਾਇਆ ਹੈ ਨਹੀਂ। ਠੀਕ ਆ, ਅਸੀਂ ਅਰਥ ਕਰ ਦਿੰਦੇ ਸੀ ਇਹਦੇ ਵੀ ਜਿਹੜਾ ਆਦਮੀ ਦਾ ਸਰੀਰ ਹੈ ਮਾਇਆ, ਇਹਦੇ ਆਗਿਆ 'ਚ ਹੈ। ਚਲੋ ਇੰਨੀ ਗੱਲ ਕਰ ਦਿੰਦੇ। ਇਹ ਤੋਂ ਗਾਂ ਕਰਦੇ ਹੀ ਨਹੀਂ, ਇਹ ਤੋਂ ਗਾਂ ਤਾਂ ਨਹੀਂ ਗੱਲ ਕੀਤੀ। ਪਰ ਆ ਵੀ ਤਾਂ ਇੱਕ ਪੱਖ ਹੈ ਇਹਦਾ, ਆਗਿਆਕਾਰੀ ਕੀਨੀ ਮਾਇਆ ਦਾ। ਇਹ ਪੱਖ नहीं है। ये वहाँ का सच किया, यहाँ का सच कहता सी, वहाँ का सच दसिया ही नहीं। पर नानक दास मुख ते जो बोले यहाँ वहाँ सच हो, वहाँ का सच की है, वहाँ का सच। कहते ने ये माया तो आग्या दे विच है, पर जिन्होंने बात असीं कर रहे वो साडी आग्या च है नहीं। वो बागी ने माबासी राजे हुए बैठे ने, हैं साडे ही। इन्हां नूं की कहीए हुण, की बनाइए इन्हां दा, किवें करिए? फिर पता लगता है हम अपराधी गुनाहगार, मैं बेगाना तेरा नहीं बनया, अपराधी गुनाहगार बेगाना अल्पमत थोड़ी बुद्धि वाला। फिर मन्या ओहो आ गल कही थी। फिर कहा मैं तो तेरा बनया ही नहीं, गुनाहगार गुनाह किया है, तैं इन्ना कुछ किया मेरे खातर, मैं की किया? मैं बेतवारी की थी तेरे दस, होर कुछ नहीं किया। मैं बेभरोसगी की थी, मैं ये क्या रब तो है ही नहीं, वो होंदा ही नहीं, परमेश्वर होंदी तो कोई चीज़ ही नहीं, मैं ये कहता। और जब पता लगे फिर अपराध बनता है। माधो हम ऐसे अपराधी, हम ऐसे अपराधी, हम सारे ले ले हुण, ले ले ना, आ अपराध है।
जिन प्रभ जियो पिंड थे दीना था दीना, जियो दिता ना फिर शरीर दिता, तिसकी भाव भगत नहीं साधी, ਉਹਦੇ ਨਾਲ प्रेम नहीं किया। बेगाना जे प्रेम होंदा बेगाना किवें होंदा? प्रेम वाला बेगाना होंदा, वो तो अपना होंदा। तिसकी भाव भगत नहीं साधी, ਉਹਦੀ भाव भगत समझी हुई है नहीं। ਉਹਦੇ ਅੰਦਰ ਭਾਵ ਭਗਤੀ ਸੀ, ਉਹਦੀ ਭਾਵ ਭਗਤੀ ਜੇ ਉਹਦੇ ਅੰਦਰ ਵਾਲੀ ਭਗਤੀ ਸਮਝ ਲੈਂਦੇ ਤਾਂ ਅਪਣਾ ਲੈਂਦੇ ਉਹਨੂੰ। ਅਸਲ ਤਾਂ ਉਹ ਭਗਤ ਹੈ, ਇਹ ਕਾਹਨੂੰ ਭਗਤ ਹੈ? ਉਹਦੇ ਅੰਦਰ ਭਾਵ ਹੈ, ਇਹਦੇ ਅੰਦਰ ਹੈ ਨਹੀਂ, ਸਵਾਰਥ ਹੈ। ਜੇ ਤਾਂ ਬਣ ਜੇ ਪਰਮਾਰਥੀ ਇਹ ਵੀ, ਫਿਰ ਤਾਂ ਉਹਦੇ ਵਰਗਾ ਬਣ ਜੂ। ਨਹੀਂ, ਸਵਾਰਥੀ ਤਾਂ ਹੈ ਉਹ, ਸਾਰਾ ਸੰਸਾਰ ਸਵਾਰਥੀ ਹੈ। ਇਸੇ ਕਰਕੇ ਸਾਰਾ ਸੰਸਾਰ ਦੁਖੀ ਹੈ। ਜਿਹੜਾ ਆਦਮੀ ਸਵਾਰਥੀ ਹੈ, ਨਾ ਉਹ ਕਿਸੇ ਦਾ ਨਾ ਕੋਈ ਉਹਦਾ। ਸਵਾਰਥੀ ਦਾ ਕੋਈ ਨਹੀਂ ਹੁੰਦਾ, ਔਰ ਸਵਾਰਥੀ ਕਿਸੇ ਦਾ ਨਹੀਂ ਹੁੰਦਾ। ਇਹ ਸਾਰੀ ਦੁਨੀਆ ਮੰਨਦੀ ਹੈ, ਇਹ ਸੱਚ ਹੈ। ਹਾਂ, ਉੱਤੋਂ ਅਸੀਂ ਜੋ ਮਰਜ਼ੀ ਕਹੀਏ। ਹਾਂਜੀ, ਆਜ ਮੇਰੇ ਮਨ ਪ੍ਰਗਟ ਭਿਆ ਹੈ, ਪੇਖੀਏ ਲੈ ਧਰਮ ਰਾਓ। आज मेरे मन प्रगट पिया है, पेखीए ले धर्म राओ। ਜਿਹੜਾ ਧਰਮ ਰਾਓ ਹੈ ਉਹ ਕੌਣ ਹੈ? ਉਹ ਹੈ ਹੁਕਮ, ਉਹੀ ਧਰਮ ਰਾਓ ਹੈ। ਅੱਜ ਮੇਰੇ ਮਨ 'ਚ ਪ੍ਰਗਟ ਹੋ ਗਿਆ ਉਹ ਸਿੱਧਾ ਹੀ। ਪੇਖੀ ਵਾਲੇ ਮੈਂ ਦੇਖ ਲਿਆ, ਜੇ ਪ੍ਰਗਟ ਚੀਜ਼ ਉਹ ਦੇਖ ਤਾਂ ਲੈਣਾ ਹੀ ਹੈ। ਬਈ ਕੋਈ ਚੀਜ਼ ਆਪਾਂ ਫਸਲ ਬੀਜੀ ਹੈ, ਜੰਮਿਆ ਹੀ ਦਿਖ ਤਾਂ ਜਾਣੀ ਹੋਈ ਹੈ। ਦਿਖੀ ਗਈ, ਪ੍ਰਗਟ ਹੋ ਗਈ। ਪੇਖੀ ਵਾਲੇ ਧਰਮ ਰਾਓ, ਮੈਂ ਧਰਮਰਾਜ ਆਪਣੇ ਮਨ ਦੇ ਵਿੱਚੋਂ ਪ੍ਰਗਟ ਦੇ। ਮੇਰੇ ਮਨ 'ਚੋਂ ਆਵਾਜ਼ ਆਈ ਹੈ, ਉਹਦੀ ਮੇਰੇ ਮਨ 'ਚੋਂ ਆਵਾਜ਼ ਆਈ, ਉਹੀ ਧਰਮਰਾਜ, ਉਹੀ ਹੁਕਮ ਹੈ। ਮਨ ਦੇ ਅੰਦਰੋਂ ਆਵਾਜ਼ ਆਈ, ਅੰਤਰਾਤਮਾ ਦੀ ਆਵਾਜ਼ ਹੈ, ਉਹ ਹੈ ਹੁਕਮ। ਪੇਖੀ ਵਾਲੇ ਧਰਮ ਰਾਓ। ਤੈ ਕਰ ਦਲ ਕਰਨੀ ਮਹਾਬਲੀ, ਤਿਨ ਅਗਲੜੇ ਮੈਂ ਰਹਿਣ ਨਾ ਜਾਏ। ਤੈ ਕਰ ਦਲ ਕਰਨੀ, ਹਾਂ, ਤੈ ਕਰ ਦਲ ਕਰਨੀ ਮਹਾਬਲੀ, ਤਿਨ ਅਗਲੜੇ ਮੈਂ ਰਹਿਣ ਨਾ, ਤਿੰਨ ਅਗਲੜੇ ਮੈਂ ਰਹਿਣ ਨਾ ਜਾਈ। ਉਹ ਤਾਂ ਹੱਥ ਤਾਂ ਬਹੁਤ ਤਕੜੇ ਨੇ, ਉਹ ਤਕੜੇ ਪਾਵੇ ਹੱਥ, ਉਹ ਤਾਂ ਮਹਾਬਲੀ ਹੈ। ਉਹਦਾ ਸ਼ਕਤੀਸ਼ਾਲੀ ਹੱਥ ਥੱਪੜ ਸਹਿ ਹੁੰਦਾ। ਐਡੇ ਮਹਾਬਲੀ ਦਾ ਹੱਥ ਮਾਰਿਆ ਹੋਇਆ। ਤੈ ਕਰ ਮਹਾਬਲੀ ਤੇ ਸਾਗਰੜੇ ਮੈਂ ਟਿਕਣ ਨਾ ਜਾਈ। ਜੇ ਉਹਨੇ ਹੱਥ ਮਾਰਦਾ, ਪਤਾ ਨਹੀਂ ਕਿੱਥੇ ਪਹੁੰਚਾ ਦੇਵੇ ਚੱਕ ਕੇ, ਕਿਤੇ ਦਾ ਕਿਤੇ, ਉੱਥੇ ਕਿੱਥੇ ਰਹਿਣਾ। ਇਹ ਜੀ ਇੱਕ ਮਿਸਾਲ ਦਿੰਦਾ, ਹੰਕਾਰ ਦੀ ਇੱਕ ਮਿਸਾਲ ਹੈ ਜੀ। ਉਹ ਰਾਖਸ਼ ਨੇ ਨਾ, ਮਧੂ ਕੈਟਬ, ਜਦ ਉਹ ਚੜ੍ਹ ਕੇ ਉਹ ਰਾਜੇ ਨੂੰ ਕਹਿੰਦਾ, ਰਾਜਾ ਸੁੰਭ ਕਹਿੰਦਾ ਵੀ ਕੋਈ ਜਾਓ ਚੰਡੀ ਨੂੰ ਫੜ ਕੇ ਲਿਆਓ। ਉੱਥੇ ਜਾ ਕੇ ਦੱਸਿਆ ਨਾ ਵੀ ਉੱਥੇ ਚੰਡੀ ਬੈਠੀ ਹੈ ਬਾਹਰ, ਮੈਨੂੰ ਉੱਥੇ ਦਿਖੀ ਪਹਾੜ 'ਤੇ। ਮੈਂ ਕਿਹਾ ਉਹ ਕੋਈ ਰਾਜੇ ਦਾ ਵੈਸੇ ਹੀ ਹੈ ਕੋਈ ਆਦਮੀ ਏਲਚੀ। ਮੈਂ ਕਿਹਾ ਵੀ ਤੂੰ ਬਹੁਤ ਸੁੰਦਰ ਔਰਤ ਹੈ, ਸਾਡਾ ਰਾਜਾ ਬੜਾ ਬਲਵਾਨ ਹੈ ਔਰ ਬਹੁਤ ਚੰਗਾ ਨੇਕ ਹੈ, ਤੂੰ ਜਾ, ਤੂੰ ਉਹ ਬਰ ਲੈ, ਉੱਥੇ ਸੁੱਖ ਲੈ, ਉੱਥੇ ਜਾ ਕੇ ਤੇਰੀ ਬਹੁਤ ਉੱਥੇ ਇੱਜ਼ਤ ਹੋ, ਮਾਣ ਹੋ, ਸਤਿਕਾਰ ਹੋ। ਤਾਂ ਉਹਨੇ ਅੱਗੇ ਕਿਹਾ ਵੀ ਯੁੱਧ ਕਰੇ ਵੇ ਨਾ ਵਰੂ, ਸੁਣ ਰਾਖਸ਼ ਕੀ ਬਾਤ ਕੋ ਦੇਵੀ ਉੱਤਰ ਦੀਨ, ਯੁੱਧ ਕਰੇ ਵੇ ਨਾ ਵਰੂ, ਸੁਣੋ ਦੈਂਤ ਮਤਹੀਨ। ਕਹਿੰਦੀ ਜਗ੍ਹਾ ਮੈਨੂੰ ਜੰਗ ਕਰਾ ਦੇ, ਜੇ ਤਾਂ ਮੈਨੂੰ ਜੰਗ ਜਿੱਤ ਲਿਆ, ਬਹੁਤ ਬਲਵਾਨ ਹੈ ਤੂੰ ਕਹਿੰਦਾ, ਫਿਰ ਤਾਂ ਬਾਲੂ ਨਹੀਂ। ਜਿਹੜਾ ਮਰ ਜਾਂਦਾ ਜੰਗ 'ਚ, ਫਿਰ ਦੂਆ ਤਾਂ ਮਰਦਾ ਹੀ ਹੈ ਨਾ ਜਿਹੜਾ ਹਾਰ ਜਾਂਦਾ, ਵੀ ਮਾਰਿਆ ਜਾਊ ਨੇ ਮੇਰੇ ਹੱਥੋਂ। ਫਿਰ ਉਹ ਗਾਹਾਂ ਸਭਾ 'ਚ ਆ ਕੇ ਕਹਿੰਦਾ, ਜਦ ਉੱਥੇ ਇੱਕ ਦੋ ਬੈਠੇ ਨੇ ਆ ਕੇ, ਉਹ ਕਹਿੰਦੇ ਨੇ, ਉਹਨੇ ਕਹਾ ਕੋਈ ਸੂਰਮਾ ਜਾਓ, ਉਹਨੂੰ ਫੜ ਕੇ ਲਿਆਓ। ਉਹਨੇ ਤਾਂ ਆ ਕੇ ਸੁਨੇਹਾ ਦਿੱਤਾ ਵੀ ਆਹ, ਉਹਨੇ ਮੈਨੂੰ ਜਵਾਬ ਦਿੱਤਾ, ਮੈਨੂੰ ਯੁੱਧ ਕਰਕੇ। ਉਹ ਕਹਿੰਦਾ ਉਹਨੂੰ ਖਿੱਚ ਕੇ ਇੱਥੇ ਲਿਆਓ ਵਾਲਾਂ 'ਤੇ ਫੜ ਕੇ।
ਕਿਹਦੀ ਹਿੰਮਤ ਪੈ ਗਈ ਮੈਨੂੰ ਐ ਚੈਲੰਜ ਕਰਨ ਦੀ? ਔਰਤ ਦੀ ਹਿੰਮਤ ਪੈ ਗਈ ਮੈਨੂੰ ਐਡੇ ਬੜੇ ਰਾਜੇ ਨੂੰ ਕਹੇ ਤੂੰ ਇੱਥੇ ਲੈ ਕੇ ਆ ਉਹਨੂੰ ਫੜ ਕੇ। ਉਹ ਤਾਂ ਕਹਿੰਦੇ ਬੈਠੋ ਹੋ ਤੋ ਵਿੱਚ ਮੱਧ ਸਭਾ। ਇੱਕ ਬੈਠਾ ਹੋਇਆ ਸੀ ਸਭਾ ਦੇ ਵਿੱਚ, ਬੈਠੋ ਹੋ ਤੋ ਵਿੱਚ ਮੱਧ ਸਭਾ, ਉੱਠ ਕੇ ਕਰ ਜੋਰ ਕਹਿਓ ਮਮ ਜਾਊਂ। ਹੰਕਾਰ ਹੈ ਇਹ ਹੰਕਾਰ ਬੁਲਾਇਆ ਨਾਮ ਦੇ ਬਰਾਬਰ ਮੁਕਾਬਲੇ ਤੇ ਹਉਮੈ ਨਾਵੇਂ ਨਾਲ ਵਿਰੋਧ ਹੈ। ਉਹਦਾ ਨਾਮ ਹੈ ਚੰਡੀ ਹੈ। ਇੱਧਰ ਕੌਣ ਬੋਲਦਾ? ਹੰਕਾਰ ਬੋਲਦਾ। ਇਹੀ ਨਕਸ਼ਾ ਉੱਥੇ ਵਾਲਾ। ਉਹਦਾ ਨਾਮ ਹੈ ਚੰਡ ਹੈ, ਇੱਧਰ ਹੰਕਾਰ ਬੋਲਦਾ। ਬੈਠੋ ਹੋ ਤੋ ਵਿੱਚ ਮੱਧ ਸਭਾ, ਉੱਠ ਕੇ ਕਰ ਜੋਰ ਕਹਿਓ ਮਮ ਜਾਊਂ। ਬਾਤਨ ਤੇ ਰਿਜਵਾਏ ਮੈਂ ਲਾਹਿਓ। ਜੇ ਤਾਂ ਗੱਲਾਂ ਬਾਤਾਂ ਨਾ ਮੰਨ ਗਈ ਤਾਂ ਲੈ ਆਊਂਗਾ। ਬਾਤਨ ਤੇ ਰਿਜਵਾਏ ਬਣਾ ਕੇ ਸਮਝਾ ਕੇ ਮੈਂ ਲਾਹਿਓ, ਮੈਂ ਲੈ ਆਊਂਗਾ। ਨਾ ਤਰ ਕੇਸਨ ਤੇ ਕਹਿ ਲਿਆਊਂ, ਨਹੀਂ ਤਾਂ ਕੇਸਾਂ ਤੇ ਫੜ ਕੇ ਘੜੀਸ ਕੇ ਲਿਆਊਂ। ਕ੍ਰੋਧ ਕਰੇ ਤੋ ਯੁੱਧ ਕਰੂੰ। ਜੇ ਕ੍ਰੋਧ ਕਰੂਗੀ ਜੰਗ ਹੈ, ਮੇਰੇ ਕੋਲ ਹਥਿਆਰ ਨੇ, ਮੈਂ ਉਹ ਜੰਗ ਕਰ ਲੂੰ। ਦੇਖ ਲੂੰ ਕਿੱਡੀ ਕੀ ਸੂਰਮੀ ਹੈ ਉਹ। ਆਦਮੀ ਦੇ ਮੁਕਾਬਲੇ 'ਚ ਕੀ ਲੜਨਾ? ਨਕਸ਼ਾ ਤਾਂ ਆਦਮੀ ਦਾ ਹੀ ਦੱਸਦਾ ਨਾ, ਉਹ ਤਾਂ ਬੁੱਧ ਦੀ ਲੜਾਈ ਥੋੜ੍ਹੀ ਦੱਸੀ ਹੋਈ ਹੈ। ਤਾਂ ਸ਼ੱਕ ਪੈ ਜਾਂਦਾ ਵੀ ਇਹ ਆਦਮੀ ਦੀ ਲੜਾਈ ਹੈ ਇਹਨਾਂ ਨੂੰ। ਨਾ ਦਰ ਕੇਸਨ ਤੇ ਕਹਿ ਲਿਆਊਂ, ਕ੍ਰੋਧ ਕਰੇ ਤੋ ਯੁੱਧ ਕਰੂੰ। ਰਣ ਸਰੌਣਤ ਕੀ ਸਰਤਾਨ ਬਹਾਊਂ। ਨਦੀਆਂ ਚਲਾ ਦੂੰ ਕਹਿੰਦਾ ਖੂਨ ਦੀਆਂ ਜੰਗ ਵਿੱਚ। ਤੂਮਰ ਨੈਣ ਕਹੇ ਬਲ ਆਪਣੇ, ਸਵਾਸਨ ਸਾਧ ਪਹਾੜ ਉਡਾਊਂ। ਤੂਮਰ ਨੈਣ ਉਹਦਾ ਨਾਮ ਹੈ। ਕਹਿੰਦਾ ਮੈਂ ਇੰਨਾ ਬਲਵਾਨ ਹਾਂ, ਜਿਵੇਂ ਸਾਹ ਲੈਣਾ ਪਹਾੜ ਉੱਡ ਜਾਂਦੇ ਨੇ ਮੇਰੇ ਸਾਹਮਣੇ। ਮੇਰੇ ਸਾਹ ਨਾਲ ਪਹਾੜ ਉੱਡ ਜਾਂਦੇ ਨੇ। ਇਹ ਹੰਕਾਰ ਹੈ। ਇਹ ਵੀ ਤਕੜੇ ਹੱਥ ਦੀ ਗੱਲ ਕਰਦਾ ਹੈ, ਉਧਰ ਵੀ ਤਕੜਾ ਹੱਥ ਹੈ। ਤੈ ਕਰ ਦਲ ਕਰਨੀ ਮਹਾਬਲੀ। ਇਹ ਭਗਤ ਕਹਿੰਦਾ, ਉਹ ਹੰਕਾਰੀ ਕਹਿੰਦਾ। ਹੰਕਾਰੀ ਨੂੰ ਇਹ ਹੱਥ ਤਕੜਾ ਲੱਗਦਾ ਹੈ, ਪਰ ਜਦ ਉਹਨੂੰ ਹੱਥ ਲੱਗਿਆ ਤਾਂ ਉਮਰ ਰਹਿਣ ਨੂੰ ਨਾ ਉਹ ਤਕੜਾ ਚੰਡੀ ਦਾ ਜ਼ਿਆਦਾ ਕਲਾਈ ਵੀ ਹੱਥ ਤਕੜਾ ਕਿਹੜਾ ਹੈ। ਇਹ ਦੋਹਾਂ ਹੱਥਾਂ ਦਾ ਤਕੜਾਪਣ ਚੰਡੀ ਦੇ ਜੰਗ ਦੇ ਵਿੱਚ ਉਦੋਂ ਫਿਰ ਨਿਰਣਾ ਹੁੰਦਾ ਹੱਥ ਤਕੜਾ ਆਹੀ ਸੀ। ਹੱਥ ਇਹੀ ਤਕੜਾ ਸੀ ਜਿਹਨੂੰ ਭਗਤਾਂ ਨੇ ਕਿਹਾ। ਸੱਜਾ ਹੱਥ ਜੋ ਸੀ, ਇਹ ਸੱਜਾ ਹੱਥ ਸੀ, ਉਹ ਖੱਬਾ ਹੱਥ ਸੀ। ਝੂਠ ਖੱਬਾ ਹੱਥ ਹੈ, ਤਾਂ ਹੀ ਖੱਬੂ ਕਹਿੰਦੇ ਨੇ ਇਹਨਾਂ ਨੂੰ। ਇਹ ਖੱਬੂ ਨੇ ਨਾ, ਇਹਨਾਂ ਨੂੰ ਖੱਬੂ ਕਹਿੰਦੇ ਨੇ ਝੂਠੇ, ਜਿਹੜੇ ਰੱਬ ਨੂੰ ਨਹੀਂ ਮੰਨਦੇ। ਖੱਬੇ ਪੱਖੀ ਇਹ ਤਾਂ ਸੱਚ ਨੂੰ ਨਹੀਂ ਮੰਨਦੇ। ਸੱਚ ਦੇ ਵਿਰੋਧੀ ਖੱਬੇ ਪੱਖੀ ਤਾਂ ਕਹਿੰਦੇ ਨੇ ਇਹਨੂੰ। ਤੈ ਕਰ ਦਲ ਕਰਨੀ ਮਹਾਬਲੀ, ਤਿੰਨ ਆਗਲੜੇ ਮੈਂ ਰਹਿਣਾ। ਉਹ ਤਾਂ ਜਦ ਆਉਂਦਾ ਚੜ੍ਹ ਕੇ, ਉਹਦਾ ਤਾਂ ਫਿਰ ਹੱਥ ਨਹੀਂ ਬਰਦਾਸ਼ਤ ਕਿਸੇ ਹੁੰਦਾ। ਕਰ ਦਲ, ਤੈ ਕਰ ਦਲ ਕਰ ਹੱਥ ਕਰਨੀ। ਤੈ ਕਰ ਦਲ ਕਰਨੀ ਮਹਾਬਲੀ। ਹਾਂ ਦਾਲ ਕਰਨੀ, ਉਹਦਾ ਦਾਲ ਬਣਾ ਦਿੰਦਾ ਹੱਥ ਜਿੱਥੇ ਪੈਂਦਾ, ਦੋ ਟੁਕੜੇ ਕਰ ਦਿੰਦਾ। ਤਿੰਨ ਆਗਲੜੇ ਮੈਂ ਰਹਿਣਾ ਜਾਈ। ਉਹਦੇ ਅੱਗੇ ਮੇਰਾ ਕੀ ਬਸ। ਉਹ ਤਾਂ ਟੁਕੜੇ ਕਰ ਦਿੰਦਾ। ਦੋ ਆ ਚਿੱਤਰ ਮਨ ਉਹਦੇ ਹੁਕਮ ਨਾਲੇ ਹੋਏ ਨੇ। ਉਹ ਤਾਂ ਥੱਪੜ ਮਾਰ ਕੇ ਦੋ ਬਣਾਉਂਦਾ, ਇੱਕ ਤੇ ਇੱਕ ਮਾਰ ਕੇ ਦੋ ਕੀ ਇਹ ਦੋ ਤੇ ਕੀ ਨੇ ਚਾਰ। ਉਹ ਗਾਂ ਉਹ ਵੀ ਆਉਂਦਾ, ਫਿਰ ਇਹਦਾ ਨਕਸ਼ਾ ਵੀ ਆਉਂਦਾ। ਇਸੇ ਦਾ ਨਕਸ਼ਾ ਉੱਥੇ ਇੱਕ ਗੁਰਬਾਣੀ 'ਚੋਂ ਅਲੱਗ-ਅਲੱਗ ਸਵਾਲ ਨੇ ਜਿਹਨਾਂ ਦੇ ਨਕਸ਼ੇ ਉੱਥੇ ਬਣੇ ਹੋਏ ਨੇ। ਇਹ ਔਖੇ ਨੇ ਥੋੜ੍ਹੇ ਜਿਹੇ ਮਿਲਾਉਣੇ, ਮਿਲ ਜਾਂਦੇ ਨੇ। ਹਾਂਜੀ। ਜੇ ਕੋ ਮੂੰਹ ਉਪਦੇਸ਼ ਕਰਤਾ ਹੈ ਤਾਂ ਬਣ ਤ੍ਰਿਣੀ ਰਤਨਾ ਨ ਰਹਿਣਾ। ਜੇ ਕੋ ਉਪਦੇਸ਼ ਕਰਤਾ, ਜੇ ਕੋਈ ਮੈਨੂੰ ਵੀ ਉਪਦੇਸ਼ ਕਰਨਾ ਚਾਹੁੰਦਾ, ਹੁਣ ਗੱਲ ਚੰਡੀ ਦੀ ਮਿਲਾ ਕੇ ਕਰ ਰਿਹਾ ਹੈ। ਜੇ ਕੋਈ ਮੈਨੂੰ ਹੁਣ ਪੰਡਤ ਨੂੰ ਕਹਿੰਦਾ ਉਪਦੇਸ਼ ਕਰਨਾ ਚਾਹੁੰਦੇ ਹੋ ਨਾ, ਜੇ ਤਾਂ ਬਣ ਤ੍ਰਿਣੀ ਰਤਨਾ ਨ ਰਹਿਣਾ। ਜੇ ਮੈਨੂੰ ਉਪਦੇਸ਼ ਕਰਨਾ ਤਾਂ ਮੈਨੂੰ ਇਹ ਦੱਸੋ, ਬਣ ਤ੍ਰਿਣ ਦੇ ਛੋਟੇ ਘਾਹ ਤੋਂ ਲੈ ਕੇ ਵੱਡੇ ਵੱਡੇ ਬਿਰਛਾਂ ਤੱਕ ਨਾਰਾਇਣ ਹੈ ਨਹੀਂ। ਰਤਨਾ ਨ ਰਹਿਣਾ ਉਹ ਹੈ ਨਹੀਂ ਵਿੱਚ। ਉਹ ਨਾਰਾਇਣ ਹੈ ਨਹੀਂ ਬਣ ਤੋਂ ਤ੍ਰਿਣ ਤੱਕ। ਉਹ ਤ੍ਰਿਣ ਤਾਂ ਛੋਟੇ ਜਿਹੇ ਹੱਥ ਨਾਲ ਵੱਢ ਜਾਂਦਾ। ਬਣ ਜਦ ਬਣ ਨੂੰ ਪੁੱਠਾ ਕਰਦਾ, ਬੜੇ ਬਿਰਛ ਨੂੰ ਜ਼ਿਆਦਾ ਹੱਥ ਕਿਹੜਾ ਹੁੰਦਾ? ਉਹੀ ਹੱਥ ਹੁੰਦਾ।
ਹੱਥ ਤਾਂ ਉਹ ਹੁਕਮ ਦਾ ਉਹੀ ਹੱਥ ਹੈ। ਉਸੇ ਨਾਲ ਤੂਫਾਨ ਆਉਂਦੇ ਨੇ, ਉਸੇ ਨਾਲ ਸਭ ਕੁਝ ਹੁੰਦਾ, ਉਹਦੇ ਨਾਲ ਬੜੇ ਬੜੇ ਭੁਚਾਲ ਆਉਂਦੇ ਨੇ, ਉਹਦੇ ਨਾਲ ਤਾਰੇ ਟੁੱਟ ਜਾਂਦੇ, ਉਹਦੇ ਨਾਲ ਖਿੰਡ ਪਿੰਡ ਸਭ ਕੁਝ ਹੋ ਜਾਂਦਾ। ਹੋਰ ਕਾਹਦੇ ਨਾਲ ਹੁੰਦਾ? ਹੋਰ ਥੋੜਾ ਕਿੱਥੇ ਚੱਲਦਾ ਦੀਂਦਾ? ਹਾਂ ਹਾਂਜੀ। ਐ ਜੀ ਤੂੰ ਆਪੇ ਸਭ ਕੁਝ ਜਾਣਦਾ, ਬਦਤ ਤਰਲੋਚਨ ਰਮਈਆ। ਉਹ ਅਖੀਰ ਲੋਕਾਂ ਨੂੰ ਤਾਂ ਕਹਿੰਦਾ ਮੈਂ ਹੁਣ ਕੀ ਦੱਸਾਂ ਇਹਨਾਂ ਨੂੰ ਕਿਹੜਾ ਦੀਂਦਾ? ਐ ਜੀ ਪਰਮੇਸ਼ਰ ਨੂੰ ਕਹਿੰਦਾ ਤੂੰ ਸਭ ਕੁਝ ਜਾਣਦਾ, ਤੂੰ ਤਾਂ ਜਾਣਦਾ। ਆ ਜਿਹੜੀ ਮੈਂ ਗੱਲ ਕਹੀ ਹੈ ਇਹਨਾਂ ਨੂੰ ਨਹੀਂ ਸਮਝ ਆਉਣੀ ਮੇਰੀ ਗੱਲ ਦੀ, ਇਹ ਨਹੀਂ ਸਮਝਦੇ ਮੈਂ ਕੀ ਕਹਿਣਾ ਵੀ ਤੂੰ ਤਾਂ ਜਾਣਦਾ ਨਾ ਜੋ ਮੈਂ ਕਹੀ ਹੈ ਗੱਲ, ਤੂੰ ਜਾਣਦਾ ਆ ਮੈਂ ਜਾਣਦਾ, ਆਪਾਂ ਨੇ ਕੀ ਲੈਣਾ ਇਹਨਾਂ ਤੇ? ਐ ਜੀ ਤੂੰ ਆਪੇ ਸਭ ਕੁਝ ਜਾਣਦਾ, ਤੂੰ ਆਪੇ ਸਭ ਕੁਝ ਜਾਣਦਾ। ਬਦਤ ਤਰਲੋਚਨ ਰਾਮਈਆ। ਰਮਈਏ ਨੂੰ ਤਰਲੋਚਨ ਕਹਿੰਦਾ ਵੀ ਤੂੰ ਤਾਂ ਜਾਣਦਾ ਹੀ ਆ ਸਭ ਕੁਝ। ਹੁਣ ਇਹ ਇਹਨਾਂ ਨੂੰ ਦੱਸ ਕਿਵੇਂ ਦਿਖਾਈਏ ਆਪਾਂ? ਜੋ ਕੁਝ ਮੈਂ ਕਿਹਾ ਇਹਨਾਂ ਨੂੰ ਕਿਵੇਂ ਮੰਨਣ ਇਹ ਗੱਲ ਨੂੰ? ਇਹ ਇਸ ਕਰਕੇ ਨਹੀਂ ਮੰਨਦੇ, ਵਿਸ਼ਵਾਸ ਕਰਦੇ ਲੋਕ, ਇਹਨਾਂ ਦੀ ਬੁੱਧੀ ਹੋਏ ਜੀ ਹੈ, ਇਹਨਾਂ ਨੂੰ ਭਰੋਸਾ ਗੁਰਬਾਣੀ 'ਤੇ ਹੈ ਨਹੀਂ। ਜੇ ਭਰੋਸਾ ਹੀ ਗੁਰਬਾਣੀ 'ਤੇ ਹੈ ਨਹੀਂ ਤੇ ਫਿਰ ਇਹਨਾਂ ਨੂੰ ਸਮਝ ਆ ਵੀ ਕਿਵੇਂ ਜਾਊਗੀ? ਇਹ ਸਮੱਸਿਆ ਭਗਤਾਂ ਨੂੰ ਪਤਾ ਸੀ। ਭਗਤ ਕਹਿੰਦੇ ਰਹੇ, ਦੁਨੀਆ ਨੇ ਭਰੋਸਾ ਨਹੀਂ ਕੀਤਾ, ਉਹਨਾਂ ਨੂੰ ਵੀ ਪਤਾ ਸੀ ਵੀ ਭਰੋਸਾ ਨਹੀਂ ਕਰਦੇ। ਇਹ ਕਿਹੜਾ ਨਹੀਂ ਪਤਾ ਹੁੰਦਾ? ਆਪਾਂ ਕਿਸੇ ਨੂੰ ਕੋਈ ਚੀਜ਼ ਮਨਾਉਂਦੇ ਆ, ਜੇ ਉਹ ਨਾ ਮੰਨਦਾ ਹੋਵੇ ਆਪਾਂ ਕਹਿੰਦੇ ਇਹ ਸੁਣਦਾ ਨਹੀਂ ਕਿਸੇ ਦੀ। ਸਮਝਾਉਂਦੇ ਨੇ ਬੁਰਿਆਂ ਨੂੰ, ਕਿਸੇ ਨਸ਼ੇ ਵਾਲੇ ਨੂੰ, ਕਿਸੇ ਨੂੰ ਲੜਨ ਝਗੜਨ ਵਾਲੇ ਸੁਭਾਅ ਵਾਲੇ ਨੂੰ ਸਮਝਾਉਂਦੇ ਨੇ, ਜਾਂ ਉਹਦੇ ਅਸਰ ਇਹ ਨਹੀਂ, ਕਹਿੰਦੇ ਇਹ 'ਤੇ ਕੋਈ ਅਸਰ ਨਹੀਂ ਹੈ। ਆਮ ਗੱਲ ਆ, ਆਪਣਾ ਸੁਭਾਅ ਕੋਈ ਛੱਡਦਾ ਨਹੀਂ, ਸੁਣੀ ਸਭ ਦੀ ਜਾਂਦਾ, ਮੰਨਦਾ ਆਪਣੀ ਮਰਜ਼ੀ ਨਾਲ ਹੈ। ਜੇ ਮਰਜ਼ੀ ਹੋਵੇ ਮੰਨ ਲੈਂਦਾ, ਮਰਜ਼ੀ ਨਾ ਹੋਵੇ ਨਹੀਂ ਮੰਨਦਾ। ਇਹ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ, ਇਹਦੇ 'ਚ ਲੁਕਿਆ ਹੈ ਕੀ ਹੈ? ਇਹ ਵੱਡਾ ਔਗਣ ਹੈ। ਪਰ ਸਿੱਖਿਆ ਇਹ ਹੈ, ਮੂਰਖਾਂ ਦੀ ਸਿੱਖਿਆ ਇਹ ਹੈ ਕਿ ਕਰੋ ਆਪਣੀ ਮਰਜ਼ੀ, ਸੁਣੋ ਸਭ ਦੀ। ਇਹ ਜਿਹੜਾ ਸਨਤ ਪੜ੍ਹਾਈ, ਇਹ ਗੁਰੂ ਦੀ ਗੱਲ ਵੀ ਨਹੀਂ ਮੰਨਣ ਦਿੰਦੀ। ਮਨਮੁੱਖਾਂ ਦੀ ਸਿੱਖਿਆ ਕਰੋ ਆਪਣੀ ਮਰਜ਼ੀ, ਸੁਣੋ ਸਭ ਦੀ। ਆਪਣੀ ਮਰਜ਼ੀ ਛਡਾਉਂਦੀ ਹੈ। ਹਾਂ, ਆਪਣੀ ਮਰਜ਼ੀ ਪ੍ਰਦਾਨ ਕਰਦੀ, ਰੱਬ ਦੀ ਮਰਜ਼ੀ ਬਣਾ ਮੰਨੋ। ਇਹ ਬਾਕੀ ਕਰਦੀ ਹੈ ਪੜ੍ਹਾਈ, ਕਰੋ ਆਪਣੀ ਮਰਜ਼ੀ, ਸੁਣੋ ਸਭ ਦੀ। ਬਹੁਤ ਖਤਰਨਾਕ ਗੱਲ ਹੈ ਇਹ, ਸੰਸਾਰ ਨੂੰ ਗੁੜਤੀਏ ਦੇ ਦਿੱਤੀ। ਇਹ ਦਾਦੀ ਦੁਰਬਚਨੀ ਦੇ ਵਚਨ ਨੇ। ਇੱਕ ਦੁਰਬਚਨੀ ਸੀ ਦਾਦੀ, ਇੱਕ ਤਾਂ ਨਾ ਗੁਰਮਤ। ਉਹ ਗੁਰਮਤ ਦੀ ਵੀ ਗਾਹਾਂ ਦਾਦੀ ਹੈ, ਉਹ ਇਹ ਤਾਂ ਮਾਂ ਹੈ। ਗੁਰਮਤ ਉਹ ਦਾਦੀ ਹੈ, ਇਹ ਤਾਂ ਮਾਂ ਹੈ ਵਿਚਾਰੀ, ਉਹ ਦਾਦੀ ਹੈ। ਜਦ ਇਹ ਮਾਂ ਨਹੀਂ ਨਾ ਹੁੰਦੀ ਅਜੋ, ਉਹ ਦਾਦੀ ਜਦ ਵੀ ਹੁੰਦੀ ਹੈ। ਆਹ ਗੁਰਦੁਆਰੇ ਦਾਦੀ ਉਹ ਬੜੀ ਹੋਈ ਆ, ਉਹ ਦੁਰਬਚਨੀ। ਮਾਂ ਤਾਂ ਪ੍ਰਗਟ ਹੋਊਗੀ, ਥੋੜ੍ਹੀ ਜਿਹੀ ਕਪੱਤ ਕਰੂ, ਫਿਰ ਖੁੱਲ੍ਹ ਕਰਦੀ ਪਾਸੇ ਹੋ ਜੂ। ਇਹ ਦੁਰਬਚਨੀ ਹੈ, ਦੁਰਬਚਨੇ ਨੇ ਦੁਰਮਤ। ਦੁਰਮਤ ਦੇ ਬਚਨ ਵੀ ਦੁਰਬਚਨ ਹੁੰਦੇ ਨੇ। ਦੂਰੀ ਕਰਨ ਵਾਲੇ ਬਚਨ ਇੱਕ ਦੂਏ ਨਾਲ ਪਾੜਨ ਵਾਲੇ ਦੁਰਬਚਨ ਹੁੰਦੇ ਨੇ। ਇੱਕ ਦੂਏ ਨੂੰ ਪਾੜ ਕੇ ਰੱਖਣ ਵਾਲੇ, ਸਭ ਨੂੰ ਐਸੀ ਮੱਤ ਦੇਣੀ ਦੂਆ ਦੂਏ ਨਾਲ ਰਲ ਕੇ ਨਾ ਬੈਠੇ, ਸਾਰਿਆਂ ਨੂੰ ਖੇਰੂ ਕਰ ਦੇਣਾ, ਆਪ ਰਾਜ ਕਰਨਾ। ਇਹ ਸਾਖਤਾਂ ਦਾ ਕੰਮ ਹੈ, ਸੰਤਾਂ ਦਾ ਕੰਮ ਨਹੀਂ। ਸਾਰੀਆਂ ਸਿਆਸਤਦਾਨ, ਸਾਰੀਆਂ ਪਾਰਟੀਆਂ, ਸਾਰੇ ਮੁਲਕ ਇਹੀ ਕੰਮ ਕਰਦੇ ਨੇ ਦੁਨੀਆ 'ਤੇ। ਅੱਜ ਉਹ ਕੁਛ ਹੋ ਰਹੇ ਨੇ ਕਾਂਡ ਬੱਚਿਆਂ 'ਤੇ, ਮਾਸੂਮਾਂ 'ਤੇ। ਇਹ ਹੁਣ ਅਸਲ ਤਾਂ ਜਿਹੜੇ ਸਿਆਣੇ ਨੇ ਉਹਨਾਂ ਦੀ ਦੇਣ, ਉਹਨਾਂ ਦਾ ਕਸੂਰ ਹੈ। ਭਰਨਾ ਉਹਨਾਂ ਦਾ ਚੱਲ ਕੀ ਪਿਆ, ਭਰਨਾ ਤਾਂ ਇਹਨਾਂ ਨੂੰ ਪੈਂਦਾ ਨਾ। ਹੁਣ ਜਿਹੜੇ ਰਹਿ ਗਏ ਪਿੱਛੋਂ ਬਚ ਗਏ, ਹੁਣ ਇਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕਿੱਥੇ ਪਹੁੰਚ ਗਏ,
ਕਿੱਡੀ ਖਤਰਨਾਕ ਗੱਲ ਹੈ ਮਾਸੂਮ ਬੱਚਿਆਂ ਨੂੰ ਐ ਸਕੂਲਾਂ ਜਾ ਕੇ ਮਾਰ ਦੇਣਾ ਸਿਰਫ ਇਸ ਕਰਕੇ ਫੌਜੀ ਸਕੂਲ ਸੀ, ਫੌਜੀਆਂ ਦੇ ਬੱਚੇ ਸੀ, ਵੀ ਫੌਜ ਨੂੰ ਦਹਿਸ਼ਤ ਪਾਈਏ ਅਸੀਂ। ਕਿੱਧਰ ਨੂੰ ਜਾਊ ਇਹ ਰਸਤਾ? ਧਰਮ ਕੀ ਕਰਦੇ ਨੇ? ਇਹ ਧਰਮ ਸੀ ਜਿਨ੍ਹਾਂ ਨੇ ਉਹ ਬੰਦੇ ਪੜ੍ਹਾਏ ਨੇ, ਜਿਨ੍ਹਾਂ ਨੇ ਉਹ ਬੰਦੇ ਪੜ੍ਹਾ ਕੇ ਹਥਿਆਰ ਦੇ ਕੇ ਕੰਮ ਕਰਨ ਆਏ ਨੇ, ਲੜਾਈਆਂ ਲੜਦੇ ਰਹੇ ਨੇ। ਧਰਮ ਦੀ ਲੜਾਈ ਕਿਸੇ ਜ਼ਬਤ ਦੇ ਵਿੱਚ ਹੁੰਦੀ ਹੈ, ਇਹੋ ਜਿਹਾ ਕੰਮ ਨਹੀਂ ਕਰਦੇ ਹੁੰਦੇ। ਮਾਸੂਮਾਂ ਨੂੰ, ਬੱਚਿਆਂ ਨੂੰ, ਘਰਾਂ 'ਤੇ, ਸ਼ਹਿਰਾਂ 'ਤੇ ਹਮਲੇ ਨਹੀਂ ਕਰਦੇ। ਲੜਨ ਵਾਲੇ ਆਪਣੇ ਜਿਹੜੇ ਪਾਸੇ ਹੁੰਦੇ ਨੇ ਲੋਕ, ਲੜਨ ਵਾਲਿਆਂ ਨਾਲ ਲੜਦੇ ਨੇ, ਦੂਏ ਨੂੰ ਨਹੀਂ ਕੁਛ ਕਹਿੰਦੇ ਹੁੰਦੇ। ਸਭ ਤੋਂ ਭੈੜੀ ਲੜਾਈ ਹੁਣ ਹੈ ਦੁਨੀਆ 'ਚ, ਪੈੜੇ ਚੱਲਣ ਵਾਲੀ ਦੀ ਲੜਾਈ। ਕਸੂਰ ਕਿਸੇ ਦਾ, ਲੜਾਈ ਕਿਸੇ ਨਾਲ ਮਾਰ ਕੋਈ ਉਹਦੇ ਨੇ। ਸਭ ਤੋਂ ਵੱਡਾ ਪਾਪ ਹੋ ਰਿਹਾ ਦੁਨੀਆ 'ਚ ਇਸ ਵਕਤ। ਇਹ ਭਿਆਨਕ ਸਿੱਟੇ ਸਾਰਿਆਂ ਨੂੰ ਨਿਕਲ ਰਹੇ ਨੇ, ਰੋਜ਼ ਭਿਆਨਕ ਨਿਕਲ ਰਹੇ ਨੇ। ਪਤਾ ਨਹੀਂ ਕੀ ਹੋ ਜਾਵੇ ਕਿਸੇ ਟਾਈਮ, ਕੋਈ ਪਤਾ ਨਹੀਂ।